ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ। ਮੈਂ ਜਿੰਦੀ ਮਰ ਜਾਣੀ ਤੇ ਇੱਕ ਵਾਰ ਫਿਰ ਹਾਜ਼ਰ ਹੋ ਗਿਆ ਲੈ ਕੇ ਤੁਹਾਨੂੰ ਲਾਈਵ ਤਸਵੀਰਾਂ ਸਿੰਘੂ ਬਾਰਡਰ ਤੋਂ। ਤੇ ਜਿੱਦਾਂ ਤੁਹਾਨੂੰ ਪਤਾ ਕਿ ਇਸ ਸੰਘਰਸ਼ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਆਪਣੇ ਵੱਖਰੇ ਢੰਗ ਦੇ ਨਾਲ ਯੋਗਦਾਨ ਪਾ ਰਹੀਆਂ ਆ। ਸਾਡੇ ਨਾਲ ਦੋ ਇੱਕ ਖੂਬਸੂਰਤ ਜੀਆਂ ਲੜਕੀਆਂ ਖੜੀਆਂ ਆ ਜਿਹੜੀਆਂ ਇੱਕ ਵੱਖਰੇ ਢੰਗ ਦੇ ਨਾਲ ਚੱਲ ਕੇ ਇਸ ਸਿੰਘੂ ਬਾਰਡਰ ਤੇ ਆਪਣੀ ਇੱਕ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਆਈਆਂ। ਕਰਦੇ ਉਹਨਾਂ ਦਾ ਨਿੱਕਾ ਜਿਹਾ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਆਪਣਾ ਖੂਬਸੂਰਤ ਨਾਂ ਦੱਸੋ ਤੇ ਖੂਬਸੂਰਤ ਸ਼ਹਿਰ ਦਾ ਨਾਮ ਵੀ ਦੱਸ ਦਿਓ ਜਿੱਥੇ ਚੱਲੇ ਪਏ ਆ। ਮੇਰਾ ਨਾਮ ਦਿਵਿਆ ਹੈ ਤੇ ਅਸੀਂ ਸਮਰਾਲਾ ਸ਼ਹਿਰ ਤੋਂ ਆਏ ਆ। ਤੇ ਤੁਹਾਡਾ ਨਾਮ ਜੀ? ਮੇਰਾ ਨਾਮ ਗੁਰਿੰਦਰ ਕੌਰ ਹੈ ਜੀ। ਅਸੀਂ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੋਂ ਆਏ ਆ ਜੀ। ਲੁਧਿਆਣੇ ਜ਼ਿਲ੍ਹੇ ਤੋਂ ਸਮਰਾਲਾ ਸ਼ਹਿਰ। ਤੇ ਕਿਹੜਾ ਵੱਖਰਾ ਢੰਗ ਵਰਤ ਕੇ ਤੁਸੀਂ ਜਿਹੜਾ ਅੱਜ ਇੱਥੇ ਸਿੰਘੂ ਬਾਰਡਰ ਤੇ ਪਹੁੰਚਿਆ ਸਟੇਜ ਤੇ? ਅਸੀਂ ਬੇਸਿਕਲੀ ਆਪਣੀ ਜਰਨੀ ਜੋ ਕੀਤੀ ਉਹ ਸਾਈਕਲ ਤੇ ਆਏ ਆ। ਮਤਲਬ 300 ਕਿਲੋਮੀਟਰ ਦਾ ਸਫ਼ਰ ਜੋ ਅਸੀਂ ਸਾਈਕਲ ਤੇ ਹੀ ਤੈਅ ਕੀਤਾ। ਤਕਰੀਬਨ 2.5 ਦਿਨਾਂ ਦੇ ਵਿੱਚ ਤੁਸੀਂ ਤੈਅ ਕੀਤਾ ਹੈ ਸਫ਼ਰ। 300 ਕਿਲੋਮੀਟਰ 2.5 ਦਿਨਾਂ ਦੇ ਵਿੱਚ। ਤੇ ਰਸਤੇ ਵਿੱਚ ਮੁਸ਼ਕਲਾਂ ਕਿੰਨੀਆਂ ਕਈਆਂ? ਰਸਤੇ ਦੇ ਵਿੱਚ ਕਾਫੀ ਮਤਲਬ ਇਹਨਾਂ ਨੂੰ ਕਿਸੇ ਨੇ ਸਾਈਡ ਵੀ ਮਾਰੀ ਸੀ, ਮੇਰੇ ਸੱਟ ਵੀ ਲੱਗੀ ਤੇ ਕਿਉਂਕਿ ਇੱਕਦਮ ਅਸੀਂ ਜਾ ਰਹੇ ਸੀਗੇ ਨਾ ਤਾਂ ਅਗਲੇ ਨੂੰ ਹੁੰਦਾ ਨਾ, ਕਿਉਂਕਿ ਅਸੀਂ ਪੂਰਾ ਪਲੈਨਿੰਗ ਮੂਰੇ ਝੰਡੇ ਲੱਗੇ ਹੋਏ ਦੇਖ ਕੇ ਖਾਸ ਕਰਕੇ ਸਭ ਨੂੰ ਲੱਗਦਾ ਵੀ ਇਸ ਉੱਥੇ ਸੰਘਰਸ਼ ਤੇ ਹੀ ਜਾ ਰਹੇ ਨੇ, ਕਿਉਂਕਿ ਸਭ ਤੋਂ ਬੜੀ ਨਿਸ਼ਾਨੀ ਹੁੰਦੀ ਹੈ ਨਾ ਝੰਡਾ ਦੇਖ ਕੇ। ਤਾਂ ਉਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਨੂੰ ਕਿਉਂ ਨਾ ਡਰਾਇਆ ਜਾਵੇ, ਇਸ ਕਰਕੇ ਇੱਕਦਮ ਬਾਈਕ ਵਾਲੇ ਨੇ ਮੇਰੇ ਵੱਲ ਬਾਈਕ ਮੋੜੀ ਤੇ ਫਿਰ ਮੇਰੇ ਸੱਟ ਲੱਗੀ ਪੈਰ ਤੇ ਕਾਫੀ। ਪਰ ਹੌਸਲਾ ਨਹੀਂ ਟੁੱਟਿਆ ਹੈਗਾ, ਕਿਉਂਕਿ ਸਾਡੇ ਬਲੱਡ ਦੇ ਵਿੱਚ ਹੀ ਜਿਹਨੂੰ ਕਹਿ ਲਓ ਹੈ ਨਾ ਹੈਗਾ ਸੰਘਰਸ਼ ਨਾਲ ਲੜਨਾ, ਕਿਉਂਕਿ ਸਾਡੇ ਗੁਰੂ ਵੀ ਤਾਂ ਲੜੇ ਨੇ ਹੈ ਨਾ ਜੀ। ਤਾਂ ਸਾਨੂੰ ਮਿਲੀ ਹੋਈ ਹੈ ਇਹ ਚੀਜ਼, ਇਸ ਕਰਕੇ ਪਿੱਛੇ ਹਟਣਾ ਤਾਂ ਨਹੀਂ ਸੀ ਹਟ ਸਕਦੇ ਸੀ। ਤੇ ਕਿੰਨੀ ਕੁ ਟ੍ਰੇਨਿੰਗ ਕੀਤੀ ਇੱਥੇ ਕੁਝ ਕਰਨ ਤੋਂ ਪਹਿਲੇ? ਟ੍ਰੇਨਿੰਗ ਅਸੀਂ ਕੰਟੀਨਿਊਸਲੀ ਟ੍ਰੇਨਿੰਗ ਦੇ ਵਿੱਚ ਹੀ ਆ ਜੀ। ਠੀਕ ਆ। 35 ਸਾਲ ਬਾਅਦ ਸਾਡੇ ਕੋਚ ਸਾਹਿਬ ਜੀ ਤੁਸੀਂ ਵੀ ਆ ਜਾਓ ਵਿੱਚ ਤਸਵੀਰ ਤੇ, ਕਿਉਂਕਿ ਤੁਹਾਡੇ ਬਿਨਾਂ ਤਾਂ ਇਹ ਪੋਸੀਬਲ ਹੈ ਨਹੀਂਗਾ। ਇੱਧਰ ਸਾਡੇ ਇਹਨਾਂ ਦੇ ਕੋਚ ਸਾਹਿਬ ਆ, ਇਹਨਾਂ ਵੱਲ ਵੀ ਆਨੇ ਆ। ਟ੍ਰੇਨਿੰਗ ਜਿਹੜੀ ਚਲੋ ਇਹਨਾਂ ਤੋਂ ਪੁੱਛਾਂਗੇ ਕਿੱਦਾਂ ਟ੍ਰੇਨਿੰਗ ਕਰਵਾਈ ਆ ਤਾਂ ਕੀ ਇਹਨਾਂ ਨੇ ਤੁਹਾਡੇ ਤੇ ਜ਼ੁਲਮ ਢਾਏ ਆ ਇਸ ਟ੍ਰੇਨਿੰਗ ਨੂੰ ਲੈ ਕੇ। ਤੇ ਜਿਹੜੀ ਹੁਣ ਜਰਨੀ ਸੀਗੀ ਉਹਦੇ ਵਿੱਚ ਬੈਡ ਐਕਸਪੀਰੀਅੰਸ ਵੀ ਹੋਇਆ ਤੇ ਕੋਈ ਇਦਾਂ ਦੇ ਵੱਖਰੇ ਐਕਸਪੀਰੀਅੰਸ ਵੀ ਹੋਏ ਆ ਜਿਹੜੇ ਇੱਕ ਯਾਦਗਾਰ ਬਣ ਗਏ ਆ ਤੁਹਾਨੂੰ, ਉਹਨਾਂ ਨੇ ਪੋਜ਼ਿਟਿਵ ਦੇ ਕੇ ਹੋਰ ਪੁਸ਼ ਕੀਤਾ ਇੱਥੇ ਪਹੁੰਚਣ ਤੱਕ? ਜੀ ਬਹੁਤ ਲੋਕ ਸਲੂਟ ਕਰ ਰਹੇ ਸੀ, ਹੱਲਾਸ਼ੇਰੀ ਦੇ ਰਹੇ ਸੀਗੇ, ਔਰ ਬਹੁਤ ਜਿਨ੍ਹਾਂ ਨੂੰ ਦੱਸਦੇ ਸੀ ਕਿ ਅਸੀਂ ਇੱਥੇ ਜਾ ਰਹੇ ਹਾਂ ਉਹਨਾਂ ਨੇ ਸਾਨੂੰ ਮਤਲਬ ਸਪੈਸ਼ਲੀ ਜਦੋਂ ਅਸੀਂ ਸਟੇ ਕਰਨਾ ਸੀਗਾ ਤਾਂ ਉਹਨਾਂ ਨੇ ਫਸਟ ਡੇ ਜਦੋਂ ਅਸੀਂ ਰੁਕੇ ਸੀਗੇ ਅੰਬਾਲੇ ਦੇ ਵਿੱਚ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਦੱਸਿਆ ਕਿ ਅਸੀਂ ਸਾਈਕਲਸ ਤੇ ਜਾ ਰਹੇ ਹਾਂ ਤਾਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਟਰੀਟ ਕੀਤਾ, ਬਿਠਾਇਆ, ਖਾਣਾ ਖੁਣਾ ਸਭ ਕੁਝ ਬਹੁਤ ਵਧੀਆ ਮਤਲਬ। ਔਰ ਫਿਰ ਜਦੋਂ ਅਸੀਂ ਨੈਕਸਟ ਡੇ ਸਟੇ ਕੀਤਾ ਨਿਰਮਲ ਕੁਟੀਆ 'ਚ ਤੇ ਉੱਥੇ ਕਹਿੰਦੇ ਸੀ ਕਿ ਬਾਬਾ ਜੀ ਤੋਂ ਪਰਮਿਸ਼ਨ ਲੈਣੀ ਹੋਏਗੀ ਤਾਂ ਦੀਦੀ ਗਏ ਸੀਗੇ ਪਰਮਿਸ਼ਨ ਲੈਣ। ਤਾਂ ਉਹਨਾਂ ਨੂੰ ਜਦੋਂ ਦੱਸਿਆ ਤਾਂ ਉਹਨਾਂ ਨੇ ਸਾਨੂੰ ਸਪੈਸ਼ਲ ਰੂਮ ਕਹਿੰਦੇ ਹੁਣ ਤਾਂ ਤੁਹਾਨੂੰ ਸਪੈਸ਼ਲ ਰੂਮ ਦੇਣੇ ਬਣਦੇ ਹੈ। ਔਰ ਜਦੋਂ ਅਸੀਂ ਰਾਤ ਨੂੰ ਖਾਣਾ ਵਗੈਰਾ ਖਾ ਕੇ ਸੌਣ ਲੱਗੇ ਤਾਂ ਉਹਨਾਂ ਨੇ ਸਪੈਸ਼ਲ ਦੁੱਧ ਭੇਜਿਆ ਉਸ ਟਾਈਮ ਕਿ ਹਾਂ ਉਹਨਾਂ ਨੂੰ ਸਪੈਸ਼ਲ ਦੁੱਧ ਦੇ ਕੇ ਆਓ। ਤਾਂ ਉਹ ਬਹੁਤ ਸਪੈਸ਼ਲ ਸੀਗਾ ਔਰ ਉਹ ਚੀਜ਼ਾਂ ਹੌਸਲਾ ਅਫਜ਼ਾਈ ਕਰ ਰਹੀਆਂ ਸੀ ਕਿ ਸਾਨੂੰ ਮਤਲਬ ਅੱਗੇ ਇੱਕ ਹੌਸਲਾ ਮਿਲ ਰਿਹਾ ਸੀ ਕਿ ਅਸੀਂ ਆਪਣੀ ਜਰਨੀ ਮੰਜ਼ਿਲ ਤੇ ਪਹੁੰਚਣਾ ਹੀ ਪਹੁੰਚਣਾ। ਤੇ ਜਿੱਦਾਂ ਲੜਕੀਆਂ ਨੂੰ ਇੰਨੀ ਦੂਰ ਭੇਜਣਾ ਉਹ ਵੀ ਸਾਈਕਲਸ ਤੇ ਫੈਮਿਲੀ ਦੀ ਕਿੰਨੀ ਕੁ ਸਪੋਰਟ ਸੀਗੀ? ਮੇਰੀ ਫੈਮਿਲੀ, ਮੇਰਾ ਨਾਲ ਬੇਟਾ ਸੀਗਾ 19 ਸਾਲ ਦਾ ਮੇਰਾ ਬੇਟਾ। ਤੇ ਕਿੰਨਾ? 19 ਸਾਲ ਦਾ। ਤੇ ਤੁਹਾਡੀ ਕੀ ਏਜ ਆ? ਮੇਰੀ ਜੀ 45 ਸਾਲ ਆ। ਮਾਈ ਗੋਡ। ਦੋਸਤੋ ਦੇਖਣ ਨੂੰ ਲੱਗਦੇ ਆ, ਮੈਨੂੰ ਲੱਗਦਾ ਕਿ 30 ਸਾਲ ਦੇ ਲੱਗਦੇ ਹੈਗੇ ਆ। ਜੀ ਮੇਰੇ ਕੋਚ ਨੂੰ ਜਾਂਦਾ, ਕਿਉਂਕਿ ਮੈਂ ਨਾ ਜਦੋਂ ਮੈਂ ਇਹਨਾਂ ਕੋਲ ਟ੍ਰੇਨਿੰਗ ਸਟਾਰਟ ਕੀਤੀ ਸੀਗੀ ਲੱਗਦਾ ਕਿ ਇਹਨਾਂ ਨੂੰ ਮੈਨੂੰ ਵੀ ਕੋਚ ਰੱਖਣਾ ਹੀ ਪੈਣਾ ਆ, ਕਿਉਂਕਿ ਮੇਰੇ ਅੰਦਰ ਨਾ ਬੜੀ ਵੀਕਨੈਸ ਸੀਗੀ। ਇਹਨਾਂ ਨੇ ਮੈਨੂੰ ਇੱਥੇ ਆਉਣ ਨੂੰ ਵੀ ਹੌਸਲਾ ਇਹਨਾਂ ਨੇ ਦਿੱਤਾ। ਮੈਨੂੰ ਕਹਿੰਦੇ ਵੀ ਨਹੀਂ ਤੁਸੀਂ ਜਦ ਇੰਨਾ ਵੇਟ ਚੱਕ ਸਕਦੇ ਹੋ ਹੈ ਨਾ ਤਾਂ ਕਿਉਂ ਨਹੀਂ ਤੁਸੀਂ ਕਹਿੰਦਾ ਕੰਪਲੀਟ ਤੁਸੀਂ ਕਰੋਗੇ। ਮੈਂ ਡਰਦੀ ਸੀ ਮੈਂ ਗਿਰ ਜੂੰਗੀ, ਮੇਰੇ ਤੋਂ ਨਹੀਂ ਇੰਨਾ ਸਫ਼ਰ ਹੋਣਾ, ਪਰ ਇਹ ਮੈਨੂੰ ਬਹੁਤ ਗੁਰਦਿੱਤ ਨੇ ਹੌਸਲਾ ਦਿੱਤਾ, ਕਹਿੰਦੇ ਨਹੀਂ ਤੁਸੀਂ ਕਰ ਲਓਗੇ। ਚਲੋ ਦਿਲ ਤੋਂ ਸਲੂਟ ਕਰਦੇ ਆ ਕਿ ਇੱਕ ਕਿੰਨੀ ਏਜ ਦੇ ਸੀ ਤੁਹਾਡੇ ਬੇਟੇ ਦੀ? 19 ਸਾਲ। 19 ਸਾਲ ਦੇ ਬੇਟੇ ਦੀ ਮਦਰ ਉਹ ਵੀ ਸਾਈਕਲ ਤੇ ਚੱਲ ਕੇ 350 ਕਿਲੋਮੀਟਰ ਤੁਸੀਂ ਦੱਸਿਆ, ਇਹਨੇ 350 ਕਿਲੋਮੀਟਰ ਸਾਈਕਲ ਤੇ ਇਹਨਾਂ ਨੇ ਆਪਣੀ ਜਰਨੀ ਜਿਹੜੀ ਹੈਗੀ ਆ ਇੱਥੇ ਸਿੰਘੂ ਬਾਰਡਰ ਤੇ ਆਣ ਕੇ ਕੀਤੀ ਆ। ਬਹੁਤ ਦਿਲ ਤੋਂ ਸਲੂਟ ਕਰਦੇ ਆ। ਤੇ ਤੁਹਾਡੀ ਫੈਮਿਲੀ ਦਾ ਕਿੰਨਾ ਕੁ ਸਾਥ ਸੀਗਾ? ਮੇਰੀ ਫੈਮਿਲੀ ਤਾਂ ਮੈਨੂੰ ਪੂਰਾ ਸਪੋਰਟ ਕਰਦੀ ਹੈ। ਮਤਲਬ ਉਹਨਾਂ ਨੂੰ ਇੱਕ ਪਤਾ ਹੈ ਕਿ ਜੋ ਚੀਜ਼ ਇਹਨੇ ਸੋਚ ਲਈ ਹੈ ਉਹ ਇਹਨੇ ਕਰ ਲੈਣੀ ਹੈ। ਕਰਕੇ ਰਹਿਣਾ ਆ। ਹਾਂਜੀ।
ਤੇ ਤੁਹਾਡੀ ਏਜ ਕਿੰਨੀ ਆ? ਮੇਰੀ 31। ਮੈਨੂੰ ਲੱਗਦਾ ਆ ਕਿ ਟ੍ਰੇਨਿੰਗ ਦਾ ਅਸਰ ਹੈਗਾ ਆ ਤੇ ਟ੍ਰੇਨਿੰਗ ਕੋਚ ਦਾ ਅਸਰ ਹੈਗਾ ਆ ਕਿ ਏਜ ਜਿਹੜੀ ਹੈਗੀ ਆ ਬਹੁਤ ਹੀ, ਮੈਨੂੰ ਤਾਂ ਲੱਗਦਾ ਸੀਗਾ ਕਿ ਇਹ 20 ਸਾਲ ਦੇ ਹੋਣਗੇ। ਇੰਨੀ ਜਿਹੜੀ ਹੈਗੀ ਆ ਇਹਨਾਂ ਦੀ ਖੂਬਸੂਰਤ ਸਕਿਨ ਜਿਹੜੀ ਆ। ਦੋਸਤੋ ਇਹ ਹੈਗਾ ਕਿ ਵਧੀਆ ਡਾਈਟ ਤੇ ਨਾਲ ਇੱਕ ਜਿਹੜਾ ਉਹ ਆਪਾਂ ਕਹਿ ਲਈਏ ਇੱਕ ਸੰਘਰਸ਼ ਦੇ ਵਿੱਚ ਆਉਣ ਦਾ ਜਜ਼ਬਾ ਜਿਹੜਾ ਪੈਦਾ ਹੁੰਦਾ ਆ। ਇਸ ਦੇ ਨਾਲ ਆਟੋਮੈਟਿਕ ਹੀ ਤੁਹਾਡੀ ਜਿਹੜੀ ਇੱਕ ਗਲੋ ਆਉਂਦੀ ਆ ਫੇਸ ਦੇ ਉੱਤੇ, ਤੇ ਉਹ ਗਲੋ ਜਿਹੜੀ ਆ ਇਹਨਾਂ ਦੋਨਾਂ ਭੈਣਾਂ ਦੇ, ਇਹਨਾਂ ਦੋਨਾਂ ਬੱਚੀਆਂ ਦੇ ਆਪਾਂ ਕਹਿ ਲਵਾਂਗੇ ਚਿਹਰਿਆਂ ਤੇ ਦਿਸਦੀ ਆ। ਤੇ ਆਉਂਦੇ ਆ ਆਪਾਂ ਕੋਚ ਵੱਲ, ਤੇ ਚਾਹੇ ਤਾਂ ਤੁਸੀਂ ਇੱਥੇ ਮਿਡਲ ਦੇ ਵਿੱਚ ਆ ਜਾਓ ਕਿਉਂਕਿ ਗੱਲ ਕਰਨੀ ਥੋੜੀ ਜੀ ਸੌਖੀ ਹੋ ਜਾਊਗੀ। ਤੇ ਹਾਂਜੀ ਸਿੱਧੇ ਹੋ ਜਾਓ ਕਿ ਆਪਾਂ ਉਹਨਾਂ ਦੇ ਚਿਹਰੇ ਵੀ ਲੈਣੇ ਆ। ਸਤਿ ਸ਼੍ਰੀ ਅਕਾਲ ਤੇ ਤੁਹਾਡਾ ਵੀ ਸਵਾਗਤ ਕਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੇਰਾ ਨਾਮ ਗੁਰਦਿੱਤ ਸਿੰਘ ਆ ਤੇ ਅਸੀਂ ਬੇਸਿਕਲੀ ਟੀਮ ਆ ਜਿਹੜੀ ਸਾਡੀ ਟੀਮ ਫॉर ਯੂ, ਅਸੀਂ ਡਿਸਾਈਡ ਕੀਤਾ ਸੀ ਆਉਣ ਦੇ ਲਈ, ਤਾਂ ਬੈਠੇ ਪਲਾਨ ਕੀਤਾ ਤੇ ਮੈਂ ਇਹਨਾਂ ਦੇ ਨਾਲ ਵੀ ਜਦੋਂ ਟ੍ਰੇਨਿੰਗ ਸੈਸ਼ਨ ਸੀ, ਟ੍ਰੇਨਿੰਗ ਸੈਸ਼ਨ ਕੰਪਲੀਟ ਹੋਣ ਤੋਂ ਬਾਅਦ ਪੁੱਛਿਆ, ਮੈਂ ਕਿਹਾ ਵੀ ਇੱਦਾਂ ਕਰਕੇ ਅਸੀਂ ਜਾ ਰਹੇ ਹਾਂ, ਪਲਾਨ ਕਰ ਰਹੇ ਹਾਂ ਤੇ ਤੁਸੀਂ ਨਾਲ ਚੱਲੋਗੇ। ਐਂਡ ਇਹਨਾਂ ਨੇ ਥੋੜ੍ਹਾ ਜਿਹਾ ਹੈਸੀਟੇਟ ਕੀਤਾ, ਬਟ ਦੈਨ ਫਿਰ ਇਹ ਕਹਿਤਾ ਸੀ ਕਿ ਮੈਂ ਕਿਹਾ ਵੀ ਤੁਹਾਡੀ ਟ੍ਰੇਨਿੰਗ ਦੇ ਉੱਤੇ ਥੋੜ੍ਹਾ ਜਿਹਾ ਯਕੀਨ ਰੱਖੋ ਇਸ ਚੀਜ਼ ਦੇ ਉੱਤੇ, ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਰਿਸਪੌਂਸਿਬਿਲਿਟੀ ਮੇਰੀ ਆ, ਤੁਸੀਂ ਉਹਦੀ ਟੈਨਸ਼ਨ ਨਾ ਲਓ, ਆਪਾਂ ਚੱਲਦੇ ਹਾਂ। ਫਿਰ ਬਸ ਅੱਗੇ ਤੋਂ ਅੱਗੇ ਪਲਾਨ ਹੁੰਦਾ ਗਿਆ, ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਅਸੀਂ 7 ਜਣੇ ਆਏ, ਜਿਹਦੇ ਵਿੱਚ ਇੱਕ 17 ਸਾਲ ਦਾ ਬੱਚਾ ਹੈ ਜਿਹੜਾ ਹੁਣੇ ਪਹਿਲਾਂ ਮਿਲਿਆ ਵੀ ਸੀ ਆਪਾਂ ਨੂੰ, ਤੇ ਉਹ 17 ਸਾਲ ਤੋਂ ਲੈ ਕੇ ਆਹ ਸਭ ਤੋਂ ਸੀਨੀਅਰ ਨੇ। ਹੁਣ ਇਹ ਜਦੋਂ ਚੱਲਦੇ ਨੇ ਤਾਂ ਸਾਡਾ ਵੀ ਸੀਨੀਅਰ ਨਾ ਕਰੋ, ਮੈਂ ਤਾਂ ਦੇਖ ਕੇ ਉਹਨਾਂ ਵੱਲ ਹੈਰਾਨ ਹੈਗੀ ਆ ਕਿ ਇੰਨੀ ਏਜ ਦੇ ਵਿੱਚ ਵੀ ਇੰਨੇ ਯੰਗ ਲੱਗ ਰਹੇ ਆ। ਤੇ ਤੁਹਾਡੇ ਵੱਲ ਫਿਰ ਆਨੇ ਆ। ਹਾਂਜੀ ਕੈਰੀ ਔਨ। ਹਾਂਜੀ, ਤਾਂ ਉਹ ਜਦੋਂ ਹੌਸਲਾ ਦੁੱਗਣਾ ਹੋ ਜਾਂਦਾ, ਜਦੋਂ ਸਾਰਾ ਗਰੁੱਪ ਇਕੱਠਾ ਚੱਲਦਾ ਹੈ, ਅਲੱਗ-ਅਲੱਗ ਧਰਮ ਨੇ ਸਾਰਿਆਂ ਦੇ, ਕੋਈ ਇੱਕ ਪਾਰਟਿਕੂਲਰ ਨਹੀਂ ਆ, ਮੁਸਲਿਮ ਵੀ, ਹਿੰਦੂ ਵੀ, ਸਿੱਖ ਵੀ, ਸਾਰੇ ਅਸੀਂ ਅਲੱਗ-ਅਲੱਗ ਕਮਿਊਨਿਟੀ ਤੋਂ ਆ, ਤਾਂ ਇੱਕ ਯੂਨਿਟੀ ਜਿਹੜੀ ਆ ਉਹ ਹੋਣੀ ਕਮਿਊਨਿਟੀ ਦੇ ਉੱਤੇ ਇਸ ਟਾਈਮ ਦੇ ਉੱਤੇ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਇਹ ਸਾਡੀ ਜਿਹੜੀ ਲੜਾਈ ਆ ਉਹ ਇਕੱਲਿਆਂ ਦੀ ਲੜਾਈ, ਕਿਸੇ ਇੱਕ ਵਰਗ ਦੀ ਲੜਾਈ ਨਹੀਂ ਹੈਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਗਰ ਇਕੱਠੇ ਹੋ ਕੇ ਚੱਲਾਂਗੇ ਤਾਂ ਅਸੀਂ ਜਲਦੀ ਜਿੱਤ ਸਕਦੇ ਹਾਂ। ਚੱਲਦੇ ਆ ਇਹਨਾਂ ਤੇ ਜਿੰਨੇ ਕੁ ਤੁਸੀਂ ਜ਼ੁਲਮ ਢਾਏ ਹੋਏ ਆ ਉਹਨਾਂ ਵੱਲ। ਟ੍ਰੇਨਿੰਗ ਜਿਹੜੀ ਸੀਗੀ ਉਹਦੇ ਵਿੱਚ ਇੱਕ ਕੋਚ ਜਿਹੜਾ ਹੈਗਾ ਬਹੁਤ ਉਹਨਾਂ ਦਾ ਇੱਕ ਅਹਿਮ ਇੱਕ ਹਿੱਸਾ ਹੁੰਦਾ ਆ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਆ। ਕਿੰਨਾ ਕੁ ਤੁਸੀਂ ਇਹਨਾਂ ਨੂੰ ਪੁਸ਼ ਕੀਤਾ ਆ ਤੇ ਤੁਹਾਡੇ ਚਿਹਰੇ ਤੋਂ ਤੇ ਇਹਨਾਂ ਦੇ ਚਿਹਰੇ ਦੇ ਸਮਾਈਲ ਜਿਹੜੀ ਦੱਸ ਰਹੀ ਆ ਕਿ ਕੁਝ ਜ਼ੁਲਮ ਜ਼ਿਆਦਾ ਢਾਏ ਹੋਏ ਆ? ਮੈਮ ਜ਼ੁਲਮ ਇੱਦਾਂ ਹੈ ਕਿ ਹਰ ਇੱਕ ਬੰਦੇ ਦੀ ਕੈਪੇਬਿਲਿਟੀ ਹੁੰਦੀ ਆ। ਮੈਂ ਇਨੀਸ਼ੀਅਲ ਡੇ ਤੋਂ ਇਹ ਨਹੀਂ ਕਰ ਸਕਦਾ ਕਿ ਜੋ ਲੈਵਲ ਇਹਨਾਂ ਦਾ ਹੈ ਉਹ ਇਹਨਾਂ ਨੂੰ ਟ੍ਰੇਨਿੰਗ ਕਰ ਸਕਦਾ, ਮੈਂ ਤੁਹਾਨੂੰ ਇਹਨਾਂ ਦੇ ਨਾਲ ਕੰਪੇਅਰ ਨਹੀਂ ਕਰ ਸਕਦਾ, ਜਾਂ ਹੋਰ ਬੰਦਾ ਜਿਹੜਾ ਹੈ ਉਹ ਉਹਨਾਂ ਦੇ ਲੈਵਲ ਤੋਂ ਸਟਾਰਟ ਹੁੰਦਾ। ਬਟ ਹਾਂ ਇਵੈਂਚੁਅਲੀ ਇਹ ਹੈ ਕਿ ਅਸੀਂ ਦਸੰਬਰ ਦੇ ਵਿੱਚ ਵੇਟ ਟ੍ਰੇਨਿੰਗ ਸਟਾਰਟ ਕੀਤੀ ਸੀ। ਵੇਟ ਟ੍ਰੇਨਿੰਗ ਤੋਂ ਮਤਲਬ 10 ਕਿਲੋ ਤੋਂ ਟ੍ਰੇਨਿੰਗ ਸਟਾਰਟ ਕੀਤੀ ਸੀ ਤੇ ਅੱਜ 1 ਕੁਇੰਟਲ ਦੀ ਡੈੱਡ ਲਿਫਟ ਲਾ ਲੈਂਦੇ ਨੇ। ਮਾਈ ਗੋਡ 1 ਕੁਇੰਟਲ। ਇੱਧਰ ਦਿਖਾ ਦਿੰਦੀ ਆ ਕਿ ਇੰਨੀ ਇੱਕ ਸਾਡੀ ਕੁੜੀ ਹੈਗੀ ਆ ਤੇ 1 ਕੁਇੰਟਲ ਦਾ ਭਾਰ ਜਿਹੜਾ ਲਿਫਟ ਕਰ ਸਕਦੀ ਆ। ਦਿਲ ਤੋਂ ਸਲੂਟ, ਤੇ ਦਿਲ ਤੋਂ ਸਲੂਟ ਸਾਡੇ ਕੋਚ ਸਾਹਿਬ ਨੂੰ। ਥੈਂਕ ਯੂ ਸੋ ਮਚ। ਬਾਕੀ ਡਾਈਟ ਮੇਨ ਚੀਜ਼ ਹੁੰਦੀ ਹੈ ਟ੍ਰੇਨਿੰਗ ਦੀ। ਹਰ ਬੰਦਾ ਜਿਹੜਾ ਹੈ ਉਹ ਟ੍ਰੇਨਿੰਗ ਦੇ ਤੋਂ ਥੋੜ੍ਹਾ ਜਿਹਾ ਮਾਰ ਖਾ ਜਾਂਦਾ ਹੈ। ਟ੍ਰੇਨਿੰਗ ਅਸੀਂ ਸੋਚਦੇ ਹਾਂ ਕਿ ਅਗਰ ਐਲੀਟ ਐਥਲੀਟ ਦੇ ਨਾਲ ਕਰਾਂਗੇ ਨਾ ਤਾਂ ਅਸੀਂ ਬਹੁਤ ਵਧੀਆ ਕਰ ਸਕਦੇ ਹਾਂ, ਅਸੀਂ YouTube ਤੋਂ ਚੱਕ ਕੇ ਕਰ ਲਾਂਗੇ ਤਾਂ ਉਹ ਸਾਡੀ ਉਹ ਹੋ ਜੂਗੀ। ਪਰ ਇੱਕ ਚੀਜ਼ ਬੰਦਾ ਕਦੇ ਨਹੀਂ ਸੋਚਦਾ ਕਿ ਬੇਸਿਕ ਲੈਵਲ ਦੇ ਉੱਤੇ ਉਸ ਐਲੀਟ ਐਥਲੀਟ ਨੇ ਕੀ ਟ੍ਰੇਨਿੰਗ ਕੀਤੀ ਆ, ਉਹ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗੀ। ਤੁਹਾਨੂੰ ਅਗਰ YouTube ਚੈਨਲਸ ਦੇ ਉੱਤੇ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲੂਗੀ ਤਾਂ ਉਹ ਐਡਵਾਂਸ ਲੈਵਲ ਦੀਆਂ ਟ੍ਰੇਨਿੰਗਸ ਮਿਲਣਗੀਆਂ। ਤੁਹਾਡਾ ਲੈਵਲ ਆਫ ਟ੍ਰੇਨਿੰਗ ਕੀ ਹੈ, ਤੁਹਾਡਾ ਲੈਵਲ ਆਫ ਮਸਕੂਲੈਰਿਟੀ ਕੀ ਹੈ, ਤੁਹਾਡਾ ਮਸਲ ਮੈਚਿਓਰਿਟੀ ਕਿੰਨੀ ਹੈ, ਲੈਵਲ ਆਫ ਐਂਡਿਓਰੈਂਸ ਕਿੰਨੀ ਹੈ, ਐਜਿਲਿਟੀ ਕਿੰਨੀ ਹੈ। ਹੁਣ ਇਹਨਾਂ ਦੀ ਐਜਿਲਿਟੀ ਟ੍ਰੇਨਿੰਗ, ਐਂਡਿਓਰੈਂਸ ਟ੍ਰੇਨਿੰਗ, ਸਟਰੈਂਥ ਟ੍ਰੇਨਿੰਗ, ਹਰ ਇੱਕ ਅਲੱਗ-ਅਲੱਗ ਚੀਜ਼ ਜਿਹੜੀ ਹੈ ਉਹ ਆਉਂਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕੰਬਾਈਨ ਹੋ ਕੇ ਬੰਦੇ ਸੋਚਦੇ ਵੀ, ਸਾਨੂੰ ਜਿਮ ਦੇ ਵਿੱਚ ਕਹਿੰਦੇ ਵੀ ਹੁੰਦੇ ਸੀ, ਕਹਿੰਦੇ ਇੰਨੀ ਟ੍ਰੇਨਿੰਗ ਕਰਕੇ ਤੁਸੀਂ ਜਾਣਾ ਕਿੱਥੇ ਆ। ਬਟ ਇਹ ਹੈ ਕਿ ਅੱਜ ਸਾਨੂੰ ਪਤਾ ਲੱਗਦੀਆਂ ਨੇ ਇਹ ਚੀਜ਼ਾਂ ਕਿ ਡੇਲੀ ਲਾਈਫ ਦੇ ਵਿੱਚ ਇਹੀ ਚੀਜ਼ਾਂ ਕੰਮ ਆਉਣੀਆਂ ਨੇ। 45 ਇਅਰਸ ਦੇ ਵਿੱਚ ਜਾ ਕੇ ਜਦੋਂ ਹਾਰਮੋਨਲ ਇੰਬੈਲੈਂਸਿਸ ਹੋਣ ਲੱਗਦੇ ਨੇ ਬਾਡੀ ਦੇ ਵਿੱਚ, ਬਾਡੀ ਬਹੁਤ ਜ਼ਿਆਦਾ ਚੇਂਜ ਹੁੰਦੀ ਹੈ, ਤਾਂ ਉਸ ਟਾਈਮ ਦੇ ਉੱਤੇ ਬਾਡੀ ਨੂੰ ਸਟੇਬਲ ਰੱਖਣ ਦੇ ਲਈ, ਸਕਿਨ ਦੀ ਕੁਆਲਿਟੀ ਮੇਨਟੇਨ ਰੱਖਣ ਦੇ ਲਈ, ਮਸਲ ਕੁਆਲਿਟੀ ਮੇਨਟੇਨ ਰੱਖਣ ਦੇ ਲਈ ਸਾਨੂੰ ਟ੍ਰੇਨਿੰਗ ਜਿਹੜੀ ਆ ਉਹ ਡਿਫਰੈਂਟ ਟਾਈਪ ਦੀ ਕਰਨੀ ਪਊਗੀ। ਉਹ ਰੈਗੂਲਰ ਟ੍ਰੇਨਿੰਗ ਨਹੀਂ ਹੈ ਜਿਹੜੀ ਤੁਸੀਂ ਨਾਰਮਲ ਆਪਾਂ ਜਿਮ ਦੇ ਵਿੱਚ, ਦੇਸੀ ਜਿਮ ਦੇ ਵਿੱਚ ਕਰਦੇ ਹਾਂ। ਹਾਂ, ਉਹ ਚੀਜ਼ਾਂ ਜਿਹੜੀਆਂ ਨੇ ਉਹ ਐਥਲੀਟਸ ਦੇ ਲਈ ਚੱਲ ਸਕਦੀਆਂ ਨੇ, ਬਟ ਅਗਰ ਇੱਕ ਪਰਟੀਕੂਲਰ ਤਰੀਕੇ ਦੇ ਨਾਲ ਤੁਸੀਂ ਟ੍ਰੇਨ ਕਰਨਾ ਚਾਹੁੰਦੇ ਹੋ, ਗੈਟ ਅ ਸਰਟੀਫਾਈਡ
ਕੋਚ ਜਿਸ ਬੰਦੇ ਨੂੰ ਨੌਲੇਜ ਹੋਵੇ, ਕਿਉਂਕਿ ਇੱਕ ਐਲੀਟ ਐਥਲੀਟ ਉਹ ਕਰਾ ਸਕਦਾ ਜੋ ਉਹਨੇ ਆਪ ਖੁਦ ਕੀਤੀਆਂ ਨੇ। ਜਿਹੜਾ ਕੋਚ ਹੋਊਗਾ, ਜਿਹੜਾ ਇੱਕ ਸਰਟੀਫਾਈਡ ਕੋਚ ਹੈ ਜਾਂ ਜਿਹੜਾ ਬੰਦਾ ਇੱਕ ਪੜ੍ਹਿਆ ਲਿਖਿਆ ਜਿਸ ਬੰਦੇ ਨੇ ਉਸ ਚੀਜ਼ ਦੇ ਵਿੱਚ ਡਿਗਰੀ ਕੀਤੀ ਹੈ, ਤਾਂ ਉਸ ਬੰਦੇ ਨੂੰ ਉਸ ਚੀਜ਼ ਦੀ ਸਾਇੰਸ ਪਤਾ, ਉਸ ਬਾਡੀ ਦੇ ਪਿੱਛੇ ਕੀ ਕੀ ਕਰਨਾ ਹੈ, ਕਿਵੇਂ ਕਿੱਧਰ ਨੂੰ ਮੋਲਡ ਕਰਨੀ ਹੈ, ਕਿਵੇਂ ਕਰਨੀਆਂ, ਉਹ ਸਾਰੀਆਂ ਚੀਜ਼ਾਂ ਉਸ ਬੰਦੇ ਨੂੰ ਪਤਾ ਹੁੰਦੀਆਂ ਨੇ। ਤੇ ਇੱਧਰ ਜਿਹੜਾ ਇੱਕ ਮਾਸੂਮ ਜਿਹਾ ਚਿਹਰਾ ਆ, ਇੱਧਰ ਕਿੰਨੀ ਕੁ ਆਪਣੀ ਜਿਹੜੀ ਹੈਗੀ ਆ ਹੱਲਾਸ਼ੇਰੀ ਦਾ ਜਿਹੜਾ ਹੱਥ ਦਿੱਤਾ ਯਾਰ। ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਡੈਡੀਕੇਸ਼ਨ ਆ, ਹਾਰਡ ਵਰਕ ਇਹਨਾਂ ਦਾ ਖੁਦ ਦਾ ਸੀ, ਤੇ ਸਕਿਨ ਕੁਆਲਿਟੀ ਦਾ ਬਹੁਤ ਜ਼ਿਆਦਾ ਡਿਫਰੈਂਸ ਸੀ। ਸੈਗਿੰਗ, ਫਿਰ ਰਿੰਕਲਿੰਗ, ਇਹ ਸਾਰੀਆਂ ਜਿਹੜੀਆਂ ਇਹ ਕਾਮਨ ਦੀਆਂ ਚੀਜ਼ਾਂ ਨੇ ਜਦੋਂ ਤੁਸੀਂ ਮਤਲਬ ਜਿਹੜਾ ਫੈਟ ਲਾਸ ਕਰਦੇ ਹੋ। ਇੱਕ ਚੀਜ਼ ਜਿਹੜੀ ਕਾਮਨ ਹੈ, ਉਹ ਬੰਦਾ ਸੋਚਦਾ ਜੀ ਮੈਂ weight loss ਕਰਨਾ, ਬਸ ਫੈਟ ਲਾਸ ਦਾ ਮਤਲਬ ਨਹੀਂ ਹੈ ਮੈਨੂੰ weight ਘਟਵਾ ਦਿਓ ਮੇਰਾ। ਜਦੋਂ weight ਘਟਦਾ ਉਹ ਡ੍ਰੌਪ ਤਾਂ ਲੈ ਲੈਂਦੇ ਨੇ 6-7 ਕਿਲੋ ਦਾ ਹਫਤੇ ਦੇ ਵਿੱਚ, ਪਰ ਉਹ ਮੁੜ ਕੇ ਫਿਰ ਉਹ ਇੱਕ ਪਲੇਟੋ ਹਿੱਟ ਕਰ ਜਾਂਦੇ ਨੇ, ਮੁੜ ਕੇ ਉਹ ਘਟਦਾ ਨਹੀਂ ਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਾਡੀ ਨੂੰ ਪ੍ਰੋਬਲਮੈਟਿਕ ਸਿਚੁਏਸ਼ਨ ਦੇ ਵਿੱਚ ਲੈ ਜਾਂਦੀਆਂ ਨੇ। ਅੱਗੇ ਫਿਰ ਉਹ ਸਕਿਨ ਕੰਡੀਸ਼ਨਸ ਜਿਹੜੀਆਂ ਨੇ ਉਹ ਬਹੁਤ ਵਰਸ ਹੋ ਜਾਂਦੀਆਂ ਨੇ, ਤਾਂ ਉਹ ਫਿਰ ਪਹਿਲਾਂ ਉਹ ਮੈਂਡ ਕਰਨੀਆਂ ਪਈਆਂ, ਫਿਰ ਇਹਨਾਂ ਦੀ ਸਟਰੈਂਥ ਦੇ ਉੱਤੇ ਕੰਮ ਕਰਨਾ ਪਿਆ। ਇੰਨੀਆਂ ਜ਼ਿਆਦਾ ਡੈਫੀਸ਼ੀਐਂਸੀ ਸੀ, ਉਹਨਾਂ ਨੂੰ ਫਿਰ ਨੈਚੁਰਲੀ ਕਰਬ ਕਰਨਾ ਪਿਆ। ਹੁਣ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ, ਬੰਦਾ ਕਹਿ ਦਿੰਦਾ ਜੀ ਚਲੋ ਅਸੀਂ ਆ ਫੈਟ ਬਰਨਰਸ ਯੂਜ਼ ਕਰ ਲਓ ਜਾਂ ਉਹ ਚੀਜ਼ ਕਰ ਲਓ। ਉਹ ਫੈਟ ਬਰਨਰਸ ਇੱਕ ਲੈਵਲ ਤੋਂ ਜਾ ਕੇ ਸਟਾਰਟ ਹੋਣੇ ਨੇ, ਜਿਹੜੀ ਸਪਲੀਮੈਂਟੇਸ਼ਨ ਆ ਉਹ ਇੱਕ ਲੈਵਲ ਤੋਂ ਜਾ ਕੇ ਸਟਾਰਟ ਹੋਣੀ ਆ। ਬੱਚਾ ABC ਸਿੱਖਦਾ, ਉਹ ਤੋਂ ਬਾਅਦ ਜਾ ਕੇ ਫਿਰ ਅੱਗੇ ਵਰਡ ਫਾਰਮੇਸ਼ਨ ਸਿੱਖਦਾ, ਫਿਰ ਸੈਂਟੈਂਸ ਫਾਰਮੇਸ਼ਨ ਦੇ ਉੱਤੇ ਆਉਂਦਾ, ਫਿਰ ਕਿਤੇ ਜਾ ਕੇ ਜਿਹੜੀ ਆ ਉਹ ਕੈਲੀਗ੍ਰਾਫੀ ਜਾਂ ਹੋਰ ਜਿਹੜੇ ਲੈਕਸੀਕਲ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਆਉਂਦਾ ਹੈ। ਹੁਣ ਇਹ ਲੈਵਲ ਅਗਰ ਇਨਕਰੀਜ਼ ਕਰਾਂਗੇ ਸਟੈਪ ਬਾਈ ਸਟੈਪ ਤਾਂ ਬਾਡੀ ਬਹੁਤ ਵਧੀਆ ਨਿਕਲੂਗੀ। ਅਗਰ ਇਨੀਸ਼ੀਅਲ ਸਟੈਪ ਤੋਂ ਲੈ ਕੇ ਸਿੱਧਾ ਹੀ ਤੁਸੀਂ ਐਡਵਾਂਸ ਲੈਵਲ ਦਾ ਸੋਚਦੇ ਹੋ, ਫਿਰ ਨਹੀਂ ਹੁੰਦੀਆਂ ਚੀਜ਼ਾਂ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਟ੍ਰੇਨਿੰਗ ਦੇ ਵਿੱਚ ਡਾਈਟ ਦੀ ਬਹੁਤ ਅਹਿਮ ਹਿੱਸਾ ਆ, ਤੇ ਇਹਨਾਂ ਦੀਆਂ ਦੋਨਾਂ ਦੀ ਡਾਈਟ ਡਿਫਰੈਂਟ ਸੀ ਜਾਂ ਕਿੱਦਾਂ ਤੁਸੀਂ ਇਹਨਾਂ ਦਾ ਖਿਆਲ ਕੀਤਾ ਡਾਈਟ? ਬਿਲਕੁਲ ਡਾਈਟ ਬਿਲਕੁਲ ਹਰ ਬਾਡੀ ਦੀ ਆਪਣੀ ਇੱਕ ਡਿਮਾਂਡ ਹੁੰਦੀ ਆ। ਦੂਸਰੀ ਚੀਜ਼ ਇਹ ਮੈਂ ਇੱਕ ਇੱਥੇ ਖਾਸ ਮੈਂਸ਼ਨ ਕਰਨੀ ਚਾਹੂੰਗਾ, ਅਸੀਂ ਫੈਂਸੀ ਡਾਈਟਸ ਦੇ ਪਿੱਛੇ ਬਹੁਤ ਭੱਜਦੇ ਹਾਂ, ਪਰ ਹੁੰਦਾ ਕੀ ਆ ਅਸੀਂ 6 ਮਹੀਨੇ ਫੋਲੋ ਕਰ ਲਾਂਗੇ, 1 ਸਾਲ ਫੋਲੋ ਕਰ ਲਵਾਂਗੇ, ਪਰ ਹੁਣ ਇਹ ਕੋਈ ਐਥਲੀਟ ਤਾਂ ਹੈ ਨਹੀਂ ਕਿ ਇਹਨਾਂ ਨੇ ਸਟੇਜ ਤੇ ਜਾ ਕੇ ਕੰਪੀਟ ਕਰਨਾ ਹੈ। ਇਹਨਾਂ ਨੇ ਮੁੜ ਕੇ ਜਾ ਕੇ ਆਪਣੀ ਡੇਲੀ ਲਾਈਫ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਤਾਂ ਰੋਟੀ ਖਾਣ ਨੂੰ ਮਨ ਕਰੂਗਾ, ਕਿਤੇ ਨਾ ਕਿਤੇ ਜਿਹੜੀ ਸਾਡਾ ਸਾਗ ਖਾਣ ਦਾ ਮਨ ਕਰਦਾ ਹੈ। ਮਤਲਬ ਕਿ ਰੋਟੀ ਪਾਣੀ ਬੰਦ ਕੀਤਾ ਹੋਇਆ? ਰੋਟੀ ਨਹੀਂ, ਇਦਾਂ ਨਹੀਂ ਹੈ ਜੀ, ਇੱਕ ਟਾਈਮ ਦੇ ਲਈ ਬੰਦ ਕਰਦੇ ਆ, ਬਟ ਜਿਹੜੀ ਰੋਟੀ ਆ ਉਹ ਵਿੱਚ ਇਨਕਲੂਡ ਕਰਦੇ ਰਹਿੰਦੇ ਆ। ਇਹ ਨਹੀਂ ਹੈ ਕਿ ਬੋਇਲਡ ਫੂਡ ਦੇ ਉੱਤੇ ਚੱਲਦਾ, ਕਦੇ ਬੋਰ ਨਹੀਂ ਕਰਨ ਦਿੱਤਾ ਇਹਨਾਂ ਨੂੰ, ਜਾਂ ਕੋਈ ਇਹ ਅਭੀ ਬਹੁਤ ਹਾਰਡ ਰੈਸਟ੍ਰਿਕਸ਼ਨਸ ਨਹੀਂ ਰੱਖੀਆਂ ਹੈਗੀਆਂ। ਉਹਨੂੰ ਇੱਕ ਤਰੀਕੇ ਦੇ ਨਾਲ ਘਟਾਉਣਾ ਬਹੁਤ ਜ਼ਰੂਰੀ ਆ। ਸਟਮਕ ਦਾ ਇੱਕ ਕਪੈਸਿਟੀ ਹੁੰਦੀ ਹੈ, ਜੇ ਤੁਸੀਂ ਮਤਲਬ ਉਹਨੂੰ ਘੱਟ ਦੇਣ ਲੱਗ ਜਾਓਗੇ, ਇੱਕਦਮ ਘੱਟ ਦੇਣ ਲੱਗ ਸਟਮਕ ਦੀ ਕਪੈਸਿਟੀ ਤਾਂ ਉਨੀ ਹੋ ਰਹੇਗੀ, ਬਟ ਜਦੋਂ ਤੁਸੀਂ ਉਹਨੂੰ ਰੈਸਟ੍ਰਿਕਟ ਕਰ ਲਿਆ, ਥੋੜੀ ਦੇਰ ਰੈਸਟ੍ਰਿਕਟ ਕਰਕੇ ਉਹ ਡੈਫੀਸ਼ੀਟ ਕ੍ਰੀਏਟ ਕਰਕੇ ਤਾਂ ਤੁਸੀਂ ਉਹ ਤਾਂ ਕਰ ਲਓਗੇ, ਪਰ ਉਹ ਸਟਮਕ ਦਾ ਸਾਈਜ਼ ਨਹੀਂ ਘਟਣਾ ਹੈਗਾ। ਉਹਨੂੰ ਅਗਰ ਸਲੋਲੀ ਆਪਾਂ ਪ੍ਰੋਸੈਸ ਵਾਈਜ਼ ਲੈ ਕੇ ਚੱਲਦੇ ਹਾਂ ਤਾਂ ਸਟਮਕ ਦਾ ਸਾਈਜ਼ ਵੀ ਰਿਡਿਊਸ ਹੋਊਗਾ, ਤਾਂ ਉਹ ਐਪੀਟਾਈਟ ਰਿਡਿਊਸ ਹੋ ਜਾਂਦੀ ਆ ਹੌਲੀ ਹੌਲੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਨੌਲੇਜ ਜਿਹੜੀ ਆ ਇਹ ਬਹੁਤ ਘੱਟ ਆ। ਪੰਜਾਬ ਦੇ ਯੂਥ ਨੂੰ ਇੰਨੀ ਕੁ ਜ਼ਿਆਦਾ ਮਿਹਨਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਿਰਫ ਇੱਕ ਗਾਈਡੈਂਸ ਦੀ ਲੋੜ ਆ ਅੱਜ ਦੇ ਟਾਈਮ ਦੇ ਉੱਤੇ। ਤਾਂ ਉਹ ਗਾਈਡੈਂਸ ਅਗਰ ਸਹੀ ਮਿਲਦੀ ਆ, ਕੋਚਿੰਗ ਅਗਰ ਸਹੀ ਮਿਲਦੀ ਆ, ਤਾਂ ਮੇਰੇ ਖਿਆਲ ਦੇ ਵਿੱਚ ਮਿਸਟਰ ਓਲੰਪੀਆ ਜਾਂ ਹੋਰ ਜਿਹੜੀਆਂ ਵੱਡੀਆਂ ਸਟੇਜਸ ਨੇ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਰਹੇ ਆਪਾਂ, ਕਿਉਂਕਿ ਹੁਣ ਪ੍ਰੋ ਕਾਰਡਸ ਵਗੈਰਾ ਤਾਂ ਅਸੀਂ ਬਾਡੀ ਬਿਲਡਿੰਗ ਦੇ ਵਿੱਚ ਲੈਣ ਲੱਗ ਗਏ ਹਾਂ, ਪਰ ਜਿਹੜੀਆਂ ਚੀਜ਼ਾਂ ਹਲੇ ਵੀ ਲੈਕ ਆਉਂਦੀ ਆ ਉਹ ਟ੍ਰੇਨਿੰਗ ਦੇ ਵਿੱਚ ਲੈਕ ਆਉਂਦੀ ਆ। ਗੱਲ ਕਰਦੇ ਹਾਂ ਆਪਾਂ ਟ੍ਰੇਨਿੰਗ ਦੀ, ਤੇ ਤੁਸੀਂ ਦੱਸਿਆ ਕਿ ਦਸੰਬਰ ਤੋਂ ਜਿੱਦਾਂ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਸੀ, ਦੋਨਾਂ ਦੀ ਦਸੰਬਰ ਤੋਂ ਜਾਂ ਅੱਗੇ ਪਿੱਛੇ ਕੀਤੀ ਆ? ਪਹਿਲਾਂ ਜਿਹੜੀ ਚੱਲਦੀ ਸੀ ਦਸੰਬਰ ਤੋਂ ਪਹਿਲਾਂ ਤਾਂ ਘਰ ਹੀ ਕਰਦੇ ਸੀ, ਮਤਲਬ ਜਿਹੜੀ ਫੰਕਸ਼ਨਲ ਟ੍ਰੇਨਿੰਗ ਸੀ ਉਹ ਨਾਰਮਲ ਵਿਦਆਊਟ ਵੇਟਸ ਕੋਈ ਵੀ ਚੀਜ਼ ਦਾ ਇਹਨਾਂ ਨੂੰ ਉਹ ਨਹੀਂ ਸੀ, ਫੰਕਸ਼ਨਲ ਟ੍ਰੇਨਿੰਗ ਚੱਲਦੀ ਸੀ। ਉਹ ਤੋਂ ਬਾਅਦ ਦਸੰਬਰ ਤੋਂ ਮਤਲਬ ਮਿਡ ਦਸੰਬਰ ਤੋਂ ਅਸੀਂ ਸਟਾਰਟ ਕੀਤੀ ਹੈ ਜਿਹੜੀ ਉਹ ਵੇਟ ਟ੍ਰੇਨਿੰਗ ਹੌਲੀ ਹੌਲੀ ਇੰਡਿਊਸ ਕਰਦੇ ਫਿਰ ਸਾਰੀਆਂ ਚੀਜ਼ਾਂ ਐਜਿਲਿਟੀ ਟ੍ਰੇਨਿੰਗ, ਐਂਡਿਊਰੈਂਸ ਟ੍ਰੇਨਿੰਗ, ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਜਿਹੜੇ ਨੇ ਫੰਕਸ਼ਨਲ ਟ੍ਰੇਨਿੰਗ, ਇਹ ਸਾਰੀਆਂ ਚੀਜ਼ਾਂ ਹੁਣ ਜਿਵੇਂ ਕ੍ਰਾਸਫਿਟ ਦੀਆਂ ਵੀ ਚੀਜ਼ਾਂ ਅਸੀਂ ਵਿੱਚ ਇੰਡਿਊਸ ਕਰ ਰਹੇ ਹਾਂ। ਟ੍ਰੇਨਿੰਗ ਪ੍ਰੋਗਰਾਮ ਇੱਕ ਕੋਚ ਨੇ ਆਪਣੇ ਹਿਸਾਬ ਦੇ ਨਾਲ ਬਾਡੀ ਦੇ ਵਿੱਚ ਚੇਂਜਸ ਦੇਖ ਕੇ ਬਣਾਉਣਾ ਹੁੰਦਾ ਹੈ, ਤਾਂ ਉਹ ਗ੍ਰੈਜੂਅਲੀ ਵਿੱਚ ਐਡ ਆਨ ਹੋਈ ਜਾਂਦੀਆਂ ਹੁੰਦੀਆਂ ਨੇ। ਡੇਲੀ ਕਿੰਨਾ ਟਾਈਮ ਸਪੈਂਡ ਕਰਦੇ ਸੀਗੇ ਇਸ ਟ੍ਰੇਨਿੰਗ ਵਾਸਤੇ? ਯੂਜੂਅਲੀ ਇਦਾਂ ਹੁੰਦਾ ਕਿ ਜਿਹੜੇ ਕੋਚਸ ਹੁੰਦੇ ਨੇ ਉਹ 1 ਘੰਟੇ ਦੇ ਪੈਸੇ ਲੈਂਦੇ ਨੇ, ਤਾਂ ਮੇਰੇ ਕੋਲ ਇਹ ਹਿਸਾਬ ਨਹੀਂ ਹੈ। ਮੈਨੂੰ ਇਦਾਂ ਹੁੰਦਾ ਕਿ ਮੈਂ ਟ੍ਰੇਨਿੰਗ ਕੰਪਲੀਟ ਕਰਾਉਣੀ ਹੈ, ਡਜ਼ਨਟ ਮੈਟਰ ਮੈਨੂੰ 1.5 ਘੰਟਾ ਲੱਗ ਜਾਵੇ ਚਾਹੇ, ਮੈਂ ਉਹ ਕੰਪਲੀਟ ਕਰਾਉਣੀ ਆ, ਇਟ ਡਜ਼ਨਟ ਮੈਟਰ।
ਬੱਚੇ ਦਾ ਲੈਵਲ ਜਿਹੜਾ ਜੇ ਹਾਂ ਉਹ ਐਕਸਰਸਾਈਜ਼ ਉਹ ਪਾਰਟਿਕੂਲਰ ਐਕਸਰਸਾਈਜ਼ ਨਹੀਂ ਕਰ ਸਕਦਾ ਤਾਂ ਮੈਨੂੰ ਇਹ ਹੁੰਦਾ ਕਿ ਮੈਂ ਉਹਦਾ ਆਲਟਰਨੇਟ ਦੇ ਕੇ ਕਰਾ ਦੇਵਾਂ। ਪਰ ਉਹ ਜਿਹੜੀ ਚੀਜ਼ ਦੇ ਲਈ ਮੈਂ ਫੋਕਸ ਰੱਖਿਆ ਹੋਇਆ ਹੈ ਉਹ ਮੈਂ ਕਰਾਉਣੀ ਆ, ਉਹ ਭਾਵੇਂ ਮੈਂ ਗਾਲਾਂ ਕੱਢ ਕੇ ਕਰਾਵਾਂ ਚਾਹੇ ਪਿਆਰ ਨਾਲ ਕਰਾ ਲਵਾਂ। ਮੈਨੂੰ ਫਿਰ ਲੱਗਦਾ ਆ ਕਿ ਤਸੱਦਦ ਜਿਹੜੀ ਕਾਫੀ ਢਾਈ ਹੋਈ ਹੈਗੀ ਆ, ਕਿਉਂਕਿ ਬਹੁਤ ਹੀ ਵਧੀਆ ਲੱਗਾ ਕਿ ਤੁਹਾਡੇ ਕੋਚ ਦੀਆਂ ਗੱਲਾਂ ਤੋਂ ਤੁਹਾਡਾ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਆ ਕੋਚ ਵੱਲੋਂ ਕਿੱਦਾਂ ਦਾ ਸੀਗਾ, ਕਿ ਕੋਈ ਇਦਾਂ ਦਾ ਦਿਨ ਵੀ ਹੁੰਦਾ ਸੀਗਾ ਕਿ ਦਿਲ ਕਰਦਾ ਸੀਗਾ ਕਿ ਯਾਰ ਇੱਕ ਪੰਚ ਮਾਰਾਂ ਇਹਦੇ ਦੱਬ ਕੇ, ਕਦੇ ਹੋਇਆ ਇਦਾਂ ਦਾ ਦਿਨ? ਕਈ ਵਾਰ ਮੈਨੂੰ ਭਜਾਇਆ ਵੀ ਇਹਨਾਂ ਨੇ ਜਿਮ ਤੋਂ। ਬਟ ਤੇ ਉਸ ਤੋਂ ਬਾਅਦ ਜਦੋਂ ਇਦਾਂ ਗੁੱਸਾ ਵੀ ਆਂਦਾ ਸੀਗਾ ਕਿ ਮੇਰੀ ਬੱਸ ਹੋਈ ਆ, ਮੈਂ ਡਿੱਗਣ ਨੂੰ ਫਿਰਦੀ ਆ, ਤੇ ਕੋਚ ਸਾਹਿਬ ਹੈਗੇ ਪੁਸ਼ ਕਰੀ ਜਾਂਦੇ ਆ, ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਆਪ ਨੂੰ ਲਿਫਟ ਕਰਦੇ ਸੀ, ਫਿਰ ਉਸ ਤੋਂ ਬਾਅਦ ਜਿਹੜੀ ਫੀਲਿੰਗ ਆਂਦੀ ਸੀ ਉਹ ਕੀ ਸੀਗੀ? ਬਹੁਤ ਸੈਟੀਸਫੈਕਸ਼ਨ ਹੁੰਦੀ ਸੀ। ਇਹ ਹੁੰਦਾ ਸੀ ਕਿ ਮੈਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈ, ਇਹਨਾਂ ਨੂੰ ਜ਼ਿਆਦਾ ਭਰੋਸਾ ਹੈ ਮੇਰੇ ਤੇ, ਇਹਨਾਂ ਨੂੰ ਜ਼ਿਆਦਾ ਪਤਾ ਹੈ। ਔਰ ਮਤਲਬ ਹੀ ਸੀਜ਼ ਅਬਿਲਿਟੀ ਇਨ ਮਾਈ ਬੋਡੀ, ਮੈਂ ਖੁਦ ਨਹੀਂ ਦੇਖ ਸਕਦੀ। ਤਾਂ ਉਸ ਤੋਂ ਬਾਅਦ ਫਿਰ ਮੈਨੂੰ ਇਹ ਹੁੰਦਾ ਕਿ ਚਲੋ ਜੋ ਕਹਿੰਦੇ ਹੈ ਇਹ ਨਹੀਂ ਸੋਚਣਾ ਮਾਈਂਡ 'ਚ ਕਿ ਨਹੀਂ ਹੋਊਗਾ, ਇਹ ਚਲੋ ਕਰੋ, ਕੁਝ ਨਹੀਂ ਸੋਚਣਾ, ਕਰਕੇ ਦੇਖਦੇ ਹਾਂ, ਫਿਰ ਪਤਾ ਚੱਲੂਗਾ ਹੋਏਗਾ ਜਾਂ ਨਹੀਂ ਹੋਏਗਾ। ਚਲੋ, ਤੇ ਹਾਂਜੀ ਤੁਹਾਡੇ ਨਾਲ ਵੀ ਸੇਮ ਆ, ਕਦੇ ਇਦਾਂ ਦਾ ਹੋਇਆ ਚਾਂਸ ਕਿ ਦਿਲ ਕੀਤਾ ਕਿ ਅੱਜ ਕੋਚ ਸਾਹਿਬ ਦੀ ਖੈਰੀਅਤ ਹੈ ਨਹੀਂ? ਨਹੀਂ ਮੇਰਾ ਕਦੇ ਦਿਲ ਨਹੀਂ ਕਰਿਆ ਮਾਰਨ ਨੂੰ। ਤਾਂ ਨਹੀਂ ਹੋ ਸਕਦੀ, ਇਹ ਤਾਂ ਨਹੀਂ ਹੋ ਸਕਦੀ। ਇਦਾਂ ਹੁੰਦਾ ਏ ਨਹੀਂ, ਯੂਜੂਅਲੀ ਇਹ ਹੁੰਦਾ ਸੀ ਕਿ ਇਹ ਡਰ ਜਾਂਦੇ ਨੇ, ਤਾਂ ਕਿਉਂਕਿ ਚੀਜ਼ਾਂ ਜਿਹੜੀਆਂ ਨੇ ਨਾ, ਗੈਪ ਆ ਜਾਂਦਾ ਜਦੋਂ ਲਾਈਫ ਦੇ ਵਿੱਚ, ਰਿਸਪੌਂਸਿਬਿਲਿਟੀਜ਼ ਦੇ ਵਿੱਚ ਬੰਦਾ ਜਦੋਂ ਉਲਝ ਜਾਂਦਾ ਏ, ਤਾਂ ਉਹ ਨੱਚਣ ਕੁੱਦਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਬੰਦਾ ਡਰਨ ਲੱਗ ਜਾਂਦਾ ਕਿ ਮੇਰੀ ਬੋਨ ਦੇ ਵਿੱਚ ਨਾ ਇੱਦਾਂ ਦਾ ਕੋਈ ਫ੍ਰੈਕਚਰ ਨਾ ਆ ਜਾਵੇ, ਜਾਂ ਕੋਈ ਟਵਿਸਟ ਨਾ ਹੋ ਜਾਵੇ, ਜਾਂ ਇੱਦਾਂ ਦਾ ਕੁਝ ਮਸਲ ਟੀਅਰ ਨਾ ਹੋ ਜਾਵੇ ਜਿਹਦੇ 'ਚ ਮੈਨੂੰ ਲੇਟਰ ਔਨ ਲਾਈਫ ਦੇ ਵਿੱਚ ਹੋਵੇ। ਪਰ ਕੋਚ ਨੂੰ ਪਤਾ ਹੁੰਦਾ ਹੈ ਕਿ ਹਾਂ ਮੈਂ ਕਿਸ ਲੈਵਲ ਤੋਂ ਜਾ ਕੇ ਕਿੱਦਾਂ ਕਰਨਾ ਹੈ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਕਰਨਾ ਪਿਆ ਕਿ ਉਹ ਡਰ ਕੱਢਣ ਦੇ ਲਈ ਇੱਕ ਲੈਵਲ ਦੇ ਉੱਤੇ ਜਾ ਕੇ ਮਤਲਬ ਪਤਾ ਲੱਗਣ ਲੱਗ ਜਾਂਦਾ ਕਿ ਹਾਂ ਇੱਥੇ ਇਹ ਡਰਦੇ ਨੇ। ਤਾਂ ਉਹ ਚੀਜ਼, ਇਹ ਸਾਈਕੋਲੋਜੀਕਲ ਚੀਜ਼ਾਂ ਵੀ ਐਨਾਲਾਈਜ਼ ਕਰਕੇ ਇੱਕ ਕੋਚ ਨੂੰ ਚੱਲਣੀਆਂ ਪੈਂਦੀਆਂ ਨੇ। ਇਹ ਨਹੀਂ ਹੈ ਕਿ ਹਾਂ ਹਰ ਬੰਦੇ ਨੂੰ ਤੁਸੀਂ ਇੱਕ ਲੈਵਲ ਦੇ ਮਤਲਬ ਇੱਕ ਸਕੇਲ 'ਤੇ ਮਾਪ ਨਹੀਂ ਸਕਦੇ। ਤੇ ਕੋਈ ਜਿੱਦਾਂ ਜੇ ਹੁਣ ਇਹਨਾਂ ਨੂੰ ਦੇਖ ਕੇ ਘਰ ਬੈਠੀਆਂ ਜਿਹੜੀਆਂ ਸਾਡੀਆਂ ਭੈਣਾਂ ਆ, ਉਹਨਾਂ ਦੇ ਦਿਲ ਵਿੱਚ ਵੀ ਹੋਵੇ ਕਿ ਅਸੀਂ ਵੀ ਜੇ ਇਹ ਕਰ ਸਕਦੀਆਂ ਤਾਂ ਅਸੀਂ ਕਿਉਂ ਨਹੀਂ? ਏਜ ਦਾ ਮੈਟਰ ਕੋਈ ਹੈਗਾ ਜਾਂ ਕਿ ਕੋਈ ਏਜ ਜਿਹੜੀ ਹੈਗੀ ਆ ਟ੍ਰੇਨਿੰਗ ਵਾਸਤੇ? ਮੇਰਾ ਸੇਮ ਕੁਐਸਚਨ ਹੁੰਦਾ ਸੀਗਾ ਕਿ ਮੇਰੀ ਏਜ ਕਾਫੀ ਹੈ, ਮੈਂ ਹਮੇਸ਼ਾ ਕਹਿਣਾ ਗੁਰਦੇਵ ਤੂੰ ਮੇਰੇ ਤੋਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਵਾਉਣਾ, ਮੇਰੀ ਏਜ, ਇਹਨੇ ਹਮੇਸ਼ਾ ਮੈਨੂੰ ਮਤਲਬ ਮੇਰੇ ਤੇ ਭਰੋਸਾ ਕਰਿਆ, ਕਹਿੰਦਾ ਨਹੀਂ ਤੁਸੀਂ ਕਰ ਸਕਦੇ ਹੋ। ਮੈਨੂੰ ਉਹੀ ਚੀਜ਼ ਨੂੰ ਲੈ ਕੇ ਮੈਂ ਹਮੇਸ਼ਾ ਕਹਿਣਾ ਵੀ ਇਹ ਮੇਰੇ ਤੇ ਜੇ ਯਕੀਨ ਕਰਦਾ ਤਾਂ ਇਹਨੂੰ ਲੱਗਦਾ ਹੀ ਹੋਊਗਾ ਵੀ ਸ਼ਾਇਦ ਇਹਦੇ ਅੰਦਰ ਹੈ ਕੁਛ, ਹੈ ਨਾ। ਏਜ ਇਹਨਾਂ ਨੇ ਮੈਨੂੰ ਕਿਹਾ ਵੀ ਕੋਈ ਜਿਹੜੀ ਰੋਡ ਆ ਉਹਨੂੰ ਨਹੀਂ ਪਤਾ ਤੁਹਾਡੀ ਏਜ, ਤੁਹਾਨੂੰ ਆਪਣੇ ਆਪ ਨੂੰ ਪਤਾ, ਤੁਸੀਂ ਚਾਹੋਗੇ ਤਾਂ ਇਹਨੂੰ ਚੱਕ ਸਕਦੇ ਹੋ। ਮੇਰੀ ਇੱਕ ਕਾਮਨ ਜੀ ਮਤਲਬ ਮੇਰੀ ਕਾਮਨ ਸਟੇਟਮੈਂਟ ਹੈ ਕਿ ਜਿਹੜਾ ਲੋਹਾ ਹੈ, ਲੋਹੇ ਨੂੰ ਤੁਹਾਡੀ ਏਜ ਨਹੀਂ ਪਤਾ ਹੁੰਦੀ ਕਦੇ ਵੀ। ਯਾ ਬਾਰਬਲ ਡਜ਼ਨਟ ਨੋ ਯਰ ਏਜ। ਜਿਹੜੀ ਏਜ ਆ ਉਹ ਤੁਹਾਡੇ ਮਨ ਦੇ ਵਿੱਚ ਆ ਜਾਂ ਤੁਹਾਨੂੰ ਪਤਾ ਹੈ ਉਸ ਚੀਜ਼ ਦਾ, ਉਹ ਤੁਹਾਡੇ ਲਈ ਫੈਕਟਰ ਬਣ ਸਕਦੀ ਆ, ਪਰ ਉਹ ਬਾਰਬਲ ਨੂੰ ਨਹੀਂ ਪਤਾ ਹੈਗੀ। ਤੇ ਉਹ ਬਾਰਬਲ ਨੇ ਡਿਫਰੈਂਸ਼ੀਏਟ ਨਹੀਂ ਕਰਨਾ ਕਿ ਉਹ ਮੈਨੂੰ ਬੱਚਾ ਚੱਕ ਰਿਹਾ ਜਾਂ ਇੱਕ ਬਜ਼ੁਰਗ ਚੱਕ ਰਿਹਾ ਜਾਂ ਇੱਕ ਯੰਗ ਬਾਡੀ ਚੱਕ ਰਹੀ ਆ। ਤਾਂ ਲੋਕ ਸੋਚਦੇ ਨੇ ਸਕੁਆਟਸ ਕਰਾਂਗੇ ਸਾਡੇ ਗੋਡੇ ਖੜ ਜਾਣਗੇ, ਇੱਦਾਂ ਨਹੀਂ ਆ। ਤੁਸੀਂ ਸਕੁਆਟਸ ਨਹੀਂ ਕਰੋਗੇ ਤਾਂ ਗੋਡੇ ਪਹਿਲਾਂ ਖੜਨੇ ਨੇ। ਵਰਕਆਊਟ ਛੱਡੋਗੇ, ਮਸਲ ਉਦੋਂ ਤੱਕ ਬਣਿਆ ਰਹੂਗਾ, ਸਰੀਰ ਉਦੋਂ ਤੱਕ ਬਣਿਆ ਰਹੂਗਾ ਜਦੋਂ ਤੱਕ ਤੁਸੀਂ ਉਹ ਤੋਂ ਕੰਮ ਲਓਗੇ। ਜਦੋਂ ਕੰਮ ਛੱਡਿਆ ਨਹੀਂ, ਤੁਸੀਂ ਉਸ ਚੀਜ਼ ਦੀ ਐਂਡਿਊਰੈਂਸ ਜਾਂ ਉਸ ਦੀ ਟ੍ਰੇਨਿੰਗ ਜਿਹੜੀ ਆ ਉਹ ਤੁਸੀਂ ਛੱਡੀ ਨਹੀਂ, ਤੇ ਉਹ ਮਸਲ ਡਿਕਰੀਜ਼ ਹੋਣਾ ਸਟਾਰਟ ਹੋ ਜਾਂਦਾ। ਜਦੀ ਉਹਦੀ ਅੱਗੇ ਹਾਰਮੋਨਲ ਚੇਂਜਸ ਜਦੋਂ ਬਾਡੀ ਦੇ ਵਿੱਚ ਆਉਂਦੀਆਂ ਨੇ, ਇਹ ਨੈਚੁਰਲ ਬਾਡੀ ਦੇ ਪ੍ਰੋਸੈਸਸ ਹੁੰਦੇ ਨੇ। ਸਾਡਾ ਮਾਈਂਡ ਜਿਹੜਾ ਬਹੁਤ ਤੇਜ਼ ਹੈ, ਉਹਨੇ ਆਪਣੇ ਆਪ ਕੰਪਨਸੇਟ ਕਰਨੀਆਂ ਹੁੰਦੀਆਂ ਨੇ ਚੀਜ਼ਾਂ, ਤਾਂ ਉਹ ਜਦੋਂ ਚੇਂਜਸ ਨੂੰ ਦੇਖਦਾ ਹੈ ਤਾਂ ਉਹਨੇ ਕੁਛ ਨਾ ਕੁਛ ਅਪ ਐਂਡ ਡਾਊਨ ਲੈ ਕੇ ਆਉਣੀਆਂ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਮੈਨੇਜ ਹੁੰਦੀਆਂ ਨੇ। ਟ੍ਰੇਨਿੰਗ ਜਿਹੜੀ ਆ ਉਹ ਇਸ ਚੀਜ਼ ਨੂੰ ਬੈਲੈਂਸ ਰੱਖਦੀ ਆ। ਤਾਂ ਇਹ ਚੀਜ਼ ਦਿਮਾਗ 'ਚੋਂ ਕੱਢ ਕੇ ਚੱਲੋ ਕਿ ਏਜ ਜਿਹੜੀ ਹੈ ਉਹ ਫੈਕਟਰ ਜਿਹੜਾ ਹੈ ਉਹ ਇਫੈਕਟ ਕਰਦਾ ਹੈ। ਉਹ ਤੁਸੀਂ ਚਾਹੇ 8 ਸਾਲ ਦੇ ਬੱਚੇ ਨੂੰ ਵੀ ਤੁਸੀਂ ਟ੍ਰੇਨਿੰਗ ਸਟਾਰਟ ਕਰ ਦਿਓ। ਹੁਣ ਸਾਡੇ ਤਾਂ ਇੱਥੇ ਹਜੇ ਫਿਰ ਬੱਚੇ ਨੂੰ ਬਹੁਤ ਬਚਾ ਕੇ ਰੱਖਦੇ ਨੇ, ਨਹੀਂ ਜੀ ਪਾਣੀ ਦੇ ਨੇੜੇ ਨਹੀਂ ਜਾਣ ਦੇਣਾ। 10 ਸਾਲ ਦਾ ਬੱਚਾ ਹੁੰਦਾ ਉਹਨੂੰ ਸਵਿਮਿੰਗ ਪੂਲ ਦੇ ਕੋਲ ਨਹੀਂ ਅਸੀਂ ਜਾਣ ਦਿੰਦੇ। ਬਾਹਰ ਤੁਸੀਂ 6 ਮਹੀਨੇ ਦੇ ਬੱਚੇ ਨੂੰ ਸਰਟੀਫਾਈਡ ਕਰ ਦਿੰਦੇ ਨੇ ਕਿ ਇਹ ਸਰਵਾਈਵਲ ਜਿਹੜੇ ਟੈਸਟ ਨੇ ਸਵਿਮਿੰਗ ਦੇ ਉਹ ਕੰਪਲੀਟ ਕਰਦਾ ਬੱਚਾ। ਤਾਂ ਉਹ ਜੇ ਪਾਣੀ ਦੇ ਵਿੱਚ ਅਚਾਨਕ ਗਿਰ ਵੀ ਜਾਵੇ ਤਾਂ ਉਹ ਬੱਚੇ ਨੂੰ ਪਤਾ ਹੋਵੇ ਕਿ ਮੈਂ ਬਚਣਾ ਕਿੱਦਾਂ ਹੈ।
ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੋਸ਼ਨਸ ਨੇ ਇਹ ਸਾਨੂੰ ਰਿਮੂਵ ਕਰਨੀਆਂ ਪੈਣੀਆਂ ਨੇ ਬੋਡੀ। ਜਿੱਦਾਂ ਆਪਾਂ ਗੱਲ ਕਰਦੇ ਹਾਂ ਤੇ ਹੁਣ ਰਸਤੇ ਦੇ ਵਿੱਚ ਕਿੰਨਾ ਕੁ ਤੁਹਾਨੂੰ ਇਹਨਾਂ ਦੀ ਡਾਈਟ ਦਾ ਖਿਆਲ ਰੱਖਣਾ ਪਿਆ, ਕਿਉਂਕਿ ਹੈਗੇ ਆਪਾਂ ਨੂੰ ਪਤਾ ਹੈ ਕਿ ਕਿੰਨਾ ਟਾਈਮ ਚੱਲ ਕੇ ਐਜ ਏ ਕੋਚ ਕੀ ਖਿਆਲ ਰੱਖਣਾ ਪਿਆ ਕਿ ਇਹਨਾਂ ਦਾ ਪਾਣੀ ਦਾ ਜਾਂ ਇਹਨਾਂ ਦੇ ਖਾਣ ਪੀਣ ਦਾ ਕਿੰਨਾ ਕੁ ਖਿਆਲ ਤੁਹਾਨੂੰ ਰੱਖਣਾ ਪਿਆ, ਕਿਉਂਕਿ ਇਹਨਾਂ ਦੇ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਕਿ ਤੁਹਾਨੂੰ ਮਿਹਨਤ ਕਰਨੀ ਪਈ ਹੋਣੀ। ਇਹ ਚੀਜ਼ ਹੈ ਜੀ ਕਿ ਜਦੋਂ ਇੱਕ ਟੀਮ ਲੈ ਕੇ ਚੱਲਦੇ ਹਾਂ ਤਾਂ ਇੱਕ ਰਿਸਪੌਂਸਿਬਲ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਡਿਊਟੀਆਂ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਰਿਸਪੌਂਸਿਬਿਲਿਟੀ ਜ਼ਿਆਦਾ ਹੁੰਦੀ ਹੈ। ਤਾਂ ਹਾਈਡਰੇਸ਼ਨ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਸੀ। ਹਾਂ, ਡਾਈਟ ਦੇ ਲਈ ਇੱਕ ਚੀਜ਼ ਇੰਸਟਰਕਸ਼ਨ ਸੀਗੀਆਂ ਕਿ ਨਾਰਮਲ ਜਿਹੜੀਆਂ ਆਪਾਂ ਘਰੇ ਖਾਣਾ ਖਾਂਦੇ ਆ ਉਹੀ ਜ਼ਿਆਦਾ ਪ੍ਰੈਫਰ ਕਰਨਾ ਅਸੀਂ, ਤਾਂ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਸੀਗੀਆਂ ਉਹ ਸਾਰੀਆਂ ਅਵੋਇਡ ਕਰਕੇ ਚੱਲਦੇ ਸੀਗੇ। ਯੂਜੂਅਲੀ ਕੀ ਹੁੰਦਾ ਹੈ ਕਿ ਜਦੋਂ ਆਪਾਂ ਇੱਕ ਰਿਸਟ੍ਰਿਕਟਡ ਡਾਈਟ ਦੇ ਉੱਤੇ ਚੱਲਦੇ ਹਾਂ ਤਾਂ ਜਦੋਂ ਰੋਟੀ ਵਗੈਰਾ ਛੱਡੀ ਹੁੰਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਛੱਡੀਆਂ ਹੁੰਦੀਆਂ ਤਾਂ ਇੱਕਦਮ ਜਦੋਂ ਸਾਨੂੰ এনवायरमेंट ਚੇਂਜ ਮਿਲਦਾ ਜਾਂ ਇਦਾਂ ਦੀਆਂ ਹਾਰਸ਼ ਕੰਡੀਸ਼ਨਸ ਦੇ ਵਿੱਚ ਬਾਡੀ ਆਉਂਦੀ ਹੈ ਤਾਂ ਉਹ ਐਡਜਸਟ ਨਹੀਂ ਕਰ ਪਾਉਂਦੀ। ਬਟ ਇਹਨਾਂ ਦੀ ਬਾਡੀ ਇਦਾਂ ਦਾ ਟ੍ਰੇਨਡ ਸੀ ਤੇ ਡਾਈਟ ਜਿਹੜੀ ਸੀ ਉਹ ਸ਼ਫਲ ਹੁੰਦੀ ਰਹਿੰਦੀ ਸੀ। ਉਹ ਇੰਡੀਅਨ ਡਾਈਟ ਦੇ ਅਕੋਰਡਿੰਗ ਵੀ ਸੀ ਤੇ ਜਿਹੜੀ ਟ੍ਰੇਨਿੰਗ ਡਾਈਟ ਦੇ ਮਤਲਬ ਜੋ ਇਹਨਾਂ ਨੂੰ ਜਿਵੇਂ ਪ੍ਰੋਟੀਨ ਓਰੀਐਂਟਡ ਡਾਈਟ ਹੁੰਦੀ ਹੈ ਜਾਂ ਅਸੀਂ ਕੈਲੋਰੀ ਡੈਫੀਸਿਟ ਦੇ ਵਿੱਚ ਚੱਲਦੇ ਹਾਂ ਜਾਂ ਕਾਰਬ ਡੈਫੀਸਿਟ ਦੇ ਵਿੱਚ ਲੋ ਕਾਰਬ ਡਾਈਟ ਦੇ ਉੱਤੇ ਚੱਲਦੇ ਹਾਂ ਤਾਂ ਇਹ ਜਿਹੜੀਆਂ ਚੀਜ਼ਾਂ ਸੀ ਇਹ ਸ਼ਫਲ ਹੁੰਦੀਆਂ ਰਹੀਆਂ। ਤਾਂ ਜਿਹੜੀ ਬਾਡੀ ਆ ਉਹ ਇੰਨਾ ਜ਼ਿਆਦਾ ਅਸਰ ਨਹੀਂ ਲਿਆ ਉਸ ਚੀਜ਼ ਨੇ, ਉਹ ਨਾਰਮਲੀ ਰਹੀ। ਤਾਂ ਸਾਨੂੰ ਇੰਨੀ ਜ਼ਿਆਦਾ ਚੇਂਜਸ ਮਹਿਸੂਸ ਨਹੀਂ ਹੋਈਆਂ, ਬਾਡੀ ਵੀ ਬਲੋਟ ਨਹੀਂ ਕੀਤੀ ਹੈਗੀ, ਕੋਈ ਇੱਦਾਂ ਦੀਆਂ ਚੀਜ਼ਾਂ, ਵਾਟਰ ਰਿਟੈਂਸ਼ਨ ਜ਼ਿਆਦਾ ਨਹੀਂ ਹੋਈ ਕੁਛ, ਇਹ ਨਾਰਮਲ ਦੀਆਂ ਚੀਜ਼ਾਂ ਨੇ। ਹੁਣ 1 ਵੀਕ ਹੋ ਗਿਆ ਹੈ, ਕੋਈ ਜ਼ਿਆਦਾ ਚੇਂਜਸ ਨਹੀਂ ਆਈਆਂ। ਬਾਕੀ ਜਿਹੜੀਆਂ ਆਉਣਗੀਆਂ ਵੀ ਮਾੜੀਆਂ ਮੋਟੀਆਂ ਮਾਮੂਲੀ ਚੇਂਜਸ ਹੋਣਗੀਆਂ ਉਹ ਘਰ ਜਾ ਕੇ ਫਿਰ ਵਾਪਸ ਟ੍ਰੇਨਿੰਗ ਦੇ ਉੱਤੇ ਜਾ ਕੇ ਫਿਰ ਸਾਰੀਆਂ ਸਹੀ ਹੋ ਜਾਣੀਆਂ ਨੇ। ਜਦੋਂ ਤੁਸੀਂ ਆਪਣੀ ਜਰਨੀ ਸਟਾਰਟ ਕਰਕੇ ਇੱਥੇ ਫਿਨਿਸ਼ਿੰਗ ਕੀਤੀ ਆ ਉਸ ਤੋਂ ਬਾਅਦ ਰਿਲੀਫ ਜੀ ਫੀਲ ਕੀਤਾ ਕਿ ਬਸ ਜੀ ਇੱਕ ਆਪਣੀ ਉਹ ਰੱਸੀ ਕ੍ਰਾਸ ਕਰ ਲਈ ਆ, ਤੇ ਉਸ ਤੋਂ ਬਾਅਦ ਕੋਚ ਸਾਹਿਬ ਨੇ ਕੁਝ ਰਿਆਇਤ ਦਿੱਤੀ ਆ ਵੀ ਬਾਹਰ ਜਾਵੋ ਜਲੇਬੀਆਂ ਖਾਇਆ ਵੋ? ਹਾਂਜੀ, ਕੁਝ ਮਨਾ ਨਹੀਂ ਕੀਤਾ, ਸਗੋਂ ਆਂਦੇ ਜਦੋਂ ਅਸੀਂ ਆ ਰਹੇ ਸੀ ਸਾਈਕਲ ਤੇ ਉਦੋਂ ਇੰਨਾ ਮੈਨੂੰ ਆਪ ਨੂੰ ਪਤਾ ਸੀ ਕਿ ਅਗਰ ਮੈਂ ਓਵਰ ਖਾਊਂਗੀ ਤਾਂ ਮੇਰੇ ਤੋਂ ਸਾਈਕਲ ਨਹੀਂ ਚਲਾਉਣਾ। ਤਾਂ ਜਦੋਂ ਮਤਲਬ ਇੱਥੇ ਆ ਕੇ ਵੀ ਅਸੀਂ ਖਾ ਰਹੇ ਹਾਂ, ਕੋਈ ਇੱਦਾਂ ਨਹੀਂ ਹੈ ਕਿ ਕੁਝ ਮਨਾ ਹੈ, ਕਹਿੰਦੇ ਖਾ ਲਓ, ਹੁਣ 10 ਦਿਨ ਹੈਗੇ ਆ, ਐਸ਼ ਕਰ ਲਓ, ਫਿਰ ਜਾ ਕੇ ਤੁਹਾਨੂੰ ਦੱਸਦੇ ਹਾਂ। ਤੇ ਕੀ ਫੀਲਿੰਗ ਸੀ ਜਦੋਂ ਸਾਈਕਲ ਦੇ ਟਾਇਰ ਜਿਹੜੇ ਹੈਗੇ ਆ ਸਿੰਘੂ ਬਾਰਡਰ ਦੀ ਐਂਟਰੀ ਹੋਈ ਜਦੋਂ? ਬਹੁਤ ਮੈਂ ਦੱਸ ਨਹੀਂ ਸਕਦੀ ਵੀ ਉਹ ਫੀਲਿੰਗਸ ਵੀ ਮੈਂ ਇੱਥੇ ਪਹੁੰਚ ਗਈ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਹਿ ਲਓ, ਹੈ ਨਾ, ਕੋਚ ਸਾਹਿਬ ਦੀ ਕਿਰਪਾ ਨਾਲ ਕਹਿ ਲਓ, ਵੀ ਮੈਂ ਸਮਝ ਨਹੀਂ ਆਈ, ਮੈਨੂੰ ਸੁਪਨਾ ਹੀ ਲੱਗਿਆ ਵੀ ਮੇਰਾ ਸੁਪਨਾ। ਕੱਲ੍ਹ ਜਦੋਂ ਅਸੀਂ ਗਏ ਉਹ ਮੈਨੂੰ ਸਭ ਤੋਂ ਬੜੀ ਮੇਰੀ ਲਾਈਫ ਦੀ ਯਾਦਗਾਰੀ ਸੀਗੀ। ਜੇ ਅਸੀਂ ਉੱਥੇ ਕੱਲ੍ਹ ਗਏ ਹਾਂ, ਬਲੌਕ ਕੀਤਾ ਹੋਇਆ ਸੀ ਰੋਡ, ਟਰੈਕਟਰ 'ਤੇ ਗਏ ਹਾਂ, ਉਹ ਫੀਲਿੰਗ ਹੈ ਨਾ, ਬਹੁਤ ਵਧੀਆ ਫੀਲਿੰਗ ਸੀਗੀ। ਤੇ ਤੁਹਾਡੇ ਲਈ ਵੀ ਸੇਮ ਕੁਐਸਚਨ ਆ ਕਿ ਜਦੋਂ ਤੁਹਾਡੀ ਐਂਟਰੀ ਹੁੰਦੀ ਆ ਸਿੰਘੂ ਬਾਰਡਰ ਦੇ ਵਿੱਚ ਤੇ ਕਿੱਦਾਂ ਦਾ ਮਹਿਸੂਸ ਹੋਇਆ? ਮੇਰੇ ਲਈ ਇੱਕ ਨਵਾਂ ਐਕਸਪੀਰੀਅੰਸ ਸੀ। ਮੈਂ ਕਦੀ ਕਿਸੇ ਰੈਲੀ 'ਚ ਜਾਂ ਕਿਸੇ ਅੰਦੋਲਨ 'ਚ ਪਾਰਟਿਸਿਪੇਟ ਨਹੀਂ ਕੀਤਾ। ਹਾਂ, ਮੇਰੇ ਅੰਦਰ ਹਮੇਸ਼ਾ ਪੈਟਰੀਓਟਿਜ਼ਮ ਰਿਹਾ, ਆਪਣੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਰਿਹਾ, ਔਰ ਆਲ ਕ੍ਰੈਡਿਟ ਗੋਜ਼ ਟੂ ਮਾਈ ਕੋਚ। ਉਹਨਾਂ ਦੇ ਥਰੂ ਮੈਨੂੰ ਇਹ ਮੌਕਾ ਮਿਲਿਆ। ਮੈਂ ਕੱਲ ਰਾਤ ਨੂੰ ਵੀ ਇਹਨਾਂ ਨੂੰ ਐਕਨੋਲੇਜ ਕਰ ਰਹੀ ਸੀ। ਕੱਲ ਮੈਂ ਪਹਿਲੀ ਵਾਰ KMP ਬਲੋਕੇਡ ਸੀਗਾ ਉੱਥੇ ਗਈ, तो ही वॉज सेइंग कि मना किता है, फीमेल्स नहीं जा सकती। एंड आई वॉज लुकिंग इनटू हिज आइज़ कि मैनू प्लीज़ लै जाओ, एंड ही अंडरस्टूड। एंड इन्होंने मैनू कहा कि चलो फिर बैठो, और बैठे मैं उत्थे मतलब ट्रॉली दे विच, एंड फिर असी गए एंड उस चीज़ विच पार्टिसिपेट किया। और उनदे उस इत्थे आके एक प्लेटफॉर्म भी मिलिया कि हाँ मैं भी अपने व्यूज़ एक्सप्रैस कर सकती हाँ। नहीं तो ये कभी मौका ही नहीं मिलता एक फीमेल नू स्पैशली अपनी वॉइस नू एक्सप्रैस करन दा। ते हुण जदों वापस चाले पाने आ, वापस घर जाना आ, ट्रेनिंग कंटिन्यू रहे कोई ਅੱਗੇ ਤੁਹਾਡੇ ਕੀ ਫਿਊਚਰ ਦੇ ਪਲਾਨਸ ਹੈਗੇ ਆ ਕਿ ਐਜ਼ ਇੱਕ ਗਰਲ ਕਿ ਤੁਸੀਂ ਇਦਾਂ ਦਾ ਕੁਝ ਕਰਨਾ ਚਾਹੋਗੇ ਜਿਹਦੇ ਨਾਲ ਲੜਕੀਆਂ ਜਿਹੜੀਆਂ ਹੈਗੀਆਂ ਉਹ ਇਨਸਪਾਇਰ ਹੋਣ ਤੁਹਾਡੇ ਵੱਲ ਦੇਖ ਕੇ, ਜਾਂ ਕੁਝ ਇਦਾਂ ਦਾ ਕਰਨਾ ਚਾਹੋਗੇ ਫॉर ਫਿਊਚਰ? हाँ जी, मन दे विच है ये चीज़ दा कि मतलब मैं फीमेल विमेन एम्पावरमेंट दे विच बहुत बिलीव करती हाँ। ऑलरेडी मेरा एक वेंचर है जो मेरी सिस्टर हैंडल कर रही है, जिंदे विच असी IT ट्रेनिंग दे विच प्रोवाइड करते हैं, स्पैशली जो टीनेजर्स ने उन्होंने प्रिपेयर करते हैं फॉर एम्प्लॉयमेंट।
ਬਟ ਦੂਸਰੇ ਪਾਸੇ ਮੈਂ ਇਹਨਾਂ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਸੀ ਆਪਣੇ ਕੋਚ ਨਾਲ ਕਿ ਮੇਰੇ ਮਨ ਦੇ ਵਿੱਚ ਹੈ ਕਿ ਮੈਨੂੰ ਨਾ ਨਿਊਟ੍ਰੀਸ਼ਨ ਡਾਈਟ ਇਹ ਚੀਜ਼ਾਂ ਨੂੰ ਐਜ਼ ਏ ਪੜ੍ਹਨ ਦਾ ਬਹੁਤ ਮਨ ਕਰਦਾ ਹੈ ਔਰ ਆਲਰੇਡੀ ਮੈਂ ਇੱਕ ਯੂਨੀਵਰਸਿਟੀ ਦੇ ਮਤਲਬ ਕੁਝ ਕੋਰਸਿਸ ਜਾਂ ਜਦੋਂ ਵੀ ਟਾਈਮ ਲੱਗਦਾ ਮੈਂ ਉਹ ਚੀਜ਼ਾਂ ਨੂੰ ਸਟੱਡੀ ਕਰਦੀ ਰਹਿੰਦੀ ਹਾਂ ਐਂਡ ਆਈ ਬੀ ਪ੍ਰੀਪੇਅਰਡ ਆਈ ਵਿਲ ਗੋ ਫॉर ਇਟ। ਚਲੋ ਆਲ ਦਾ ਬੈਸਟ। ਤੇ ਹਾਂਜੀ ਸੇਮ ਕੁਐਸਚਨ ਤੁਹਾਡੇ ਵਾਸਤੇ ਵਾਪਸ ਜਾ ਕੇ ਕੀ ਪਲਾਨਿੰਗਸ ਹੈਗੀਆਂ, ਇੱਕ ਮਦਰ ਹੋ, ਇੱਕ ਵਾਈਫ ਹੋ, ਫੈਮਿਲੀ ਵਾਲੇ ਹੋ ਤੇ ਔਖਾ ਬਹੁਤ ਹੈਗਾ ਆ, ਬਟ ਕੀ ਪਲਾਨਿੰਗਸ ਹੈਗੀਆਂ ਕਿ ਅੱਗੇ ਜਾ ਕੇ ਫਿਊਚਰ ਦੇ ਵਿੱਚ ਇੱਕ ਔਰਤਾਂ ਵਿੱਚ ਕੁਝ ਕਰਨਾ ਚਾਹੋਗੇ? ਹਾਂਜੀ ਬਿਲਕੁਲ ਕਰਨਾ ਚਾਹਾਂਗੇ। ਬਾਕੀ ਜਾ ਕੇ ਅਸੀਂ ਪਲਾਨ ਕਰਾਂਗੇ ਵੀ ਨੈਕਸਟ ਵਾਰੀ ਅਸੀਂ ਆਈਏ ਤਾਂ ਇੰਨੇ ਘੱਟ ਨਾ ਆਈਏ, ਕਾਫੀ ਜਣੇ ਆਈਏ ਅਸੀਂ ਇਸ ਇੱਥੇ, ਇਹੀ ਪਲੈਨਿੰਗ ਕਰਾਂਗੇ ਜਾ ਕੇ ਕੋਚ ਸਾਹਿਬ ਨਾਲ। ਹਾਂਜੀ ਚਲੋ ਆਲ ਦਾ ਬੈਸਟ। ਤੇ ਕੋਚ ਸਾਹਿਬ ਜੀ ਹੁਣ ਇੱਕ ਮੈਸੇਜ ਦੇ ਦਿਓ ਜਿਹੜੀਆਂ ਸਾਡੇ ਵਰਗੀਆਂ ਬੈਠੀਆਂ ਆ ਸੋਚਦੀਆਂ ਹੋਣਗੀਆਂ ਕਿ ਜੇ ਟ੍ਰੇਨਿੰਗ ਕਰਨ ਲੱਗੇ ਤੇ ਕਿਤੇ ਉਹੀ ਹੈ ਜਿੱਦਾਂ ਤੁਸੀਂ ਕਿਹਾ ਕਿ ਸਾਡੇ ਗੋਡੇ ਨਾ ਖੜਕ ਜਾਣ, ਕੀ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੋਗੇ ਇਨਕਰੇਜਮੈਂਟ, ਭਾਵੇਂ ਉਹ ਇੱਥੇ ਆਉਣਾ ਚਾਹਣ ਨਾ ਆਉਣਾ ਚਾਹਣ, ਇੱਕ ਡੇਲੀ ਲਾਈਫ ਦੇ ਵਾਸਤੇ? ਸਪੈਸ਼ਲੀ ਔਰਤਾਂ ਨੂੰ ਇਹ ਹੁੰਦਾ ਕਿ ਆਪਣਾ ਖਿਆਲ ਜਿਹੜਾ ਉਹ ਰੱਖਣਾ ਭੁੱਲ ਜਾਂਦੀਆਂ, ਸਪੈਸ਼ਲੀ ਮਦਰਸ ਹੁੰਦੀਆਂ, ਆਪਣੇ ਘਰ ਦੇ ਕੰਮ, ਜੌਬ ਤੇ ਜਾਣਾ, ਕੁਝ ਵੀ ਹੈਗਾ, ਤੇ ਕੀ ਪ੍ਰੀਕਾਸ਼ਨਸ ਜਿਹੜੀਆਂ ਹੈਗੀਆਂ ਜਾਂ ਫੂਡ ਡਾਈਟ ਜਿਹੜੀ ਹੈਗੀ ਆ ਇੱਕ ਔਰਤ ਵਾਸਤੇ, ਇੱਕ ਸਪੈਸ਼ਲੀ ਦਾ ਵਰਕਿੰਗ ਲੇਡੀ ਜਿਹੜੀ ਆ ਉਹਨਾਂ ਵਾਸਤੇ ਜਿਹੜੀ ਡਾਈਟ ਆ, ਕੀ ਤੁਸੀਂ ਮੈਸੇਜ? ਹੈਲਥ ਜਿਹੜੀ ਆ ਉਹ ਬਹੁਤ ਫੋਰਮੋਸਟ ਬੰਦੇ ਨੂੰ ਲੈ ਕੇ ਚੱਲਣੀ ਚਾਹੀਦੀ ਹੈ, ਕਿਉਂਕਿ ਹੈਲਥ ਹੈਗੀ ਆ ਤਾਂ ਹੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਮੈਂਟਲ ਹੈਲਥ ਵੀ ਤਾਂ ਸਾਡੀ ਤਾਂ ਹੀ ਸਹੀ ਰਹੂਗੀ ਅਗਰ ਤੁਹਾਡੀ ਬਾਡੀ ਹੈਲਦੀ ਆ। ਤੁਸੀਂ ਕੰਮ ਵੀ ਤਾਂ ਹੀ ਕਰ ਸਕਦੇ ਹੋ ਅਗਰ ਤੁਹਾਡੀ ਬਾਡੀ ਹੈਲਦੀ ਆ। ਬੱਚਿਆਂ ਦੇ ਵਿੱਚ ਖੁਸ਼ ਰਹਿ ਸਕਦੇ ਹੋ, ਕੰਮ ਸਹੀ ਕਰੋਗੇ ਅਗਰ ਤੁਹਾਡੀ ਬਾਡੀ ਸਹੀ ਹੈ। ਪਹਿਲੀ ਚੀਜ਼ ਜਿਹੜੀ ਆ ਉਹ ਆਈਲ ਰეკਮੈਂਡ ਕਿ ਤੁਸੀਂ ਬਾਡੀ ਦੇ ਹਰ 6 ਮਹੀਨੇ ਬਾਅਦ ਟੈਸਟ ਜ਼ਰੂਰ ਕਰਾਓ, ਤੁਹਾਨੂੰ ਪਤਾ ਹੋਵੇ ਕਿ ਡੈਫੀਸ਼ੀਐਂਸੀਜ਼ ਕਿਹੜੀਆਂ ਨੇ। ਬਾਕੀ ਟ੍ਰੇਨਿੰਗ ਬਹੁਤ ਜ਼ਰੂਰੀ ਆ, ਵਰਕਆਊਟਸ ਬਹੁਤ ਜ਼ਰੂਰੀ ਨੇ, ਜਿਸ ਮਰਜ਼ੀ ਲੈਵਲ ਦੇ ਉੱਤੇ ਹੋਵੇ। ਤੁਸੀਂ ਚਾਹੇ ਘਰੇ ਵਰਕਆਊਟ ਕਰਨਾ ਹੈ, ਚਾਹੇ ਤੁਸੀਂ ਜਿਮ ਜਾ ਕੇ ਕਰਨਾ ਹੈ, ਚਾਹੇ ਤੁਸੀਂ ਕੋਈ ਵੀ ਵਰਕਆਊਟ ਕਰਨਾ ਚਾਹੁੰਦੇ ਹੋ, ਉਹ ਜ਼ਰੂਰ ਕਰੋ। ਨੋਰਮਲੀ ਜਿੱਦਾਂ ਕਹਿ ਲਈਏ ਕਿ ਘਰ ਵਿੱਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਦੇ ਦਿਮਾਗ ਵਿੱਚ ਹੁੰਦਾ ਸਾਰਾ ਦਿਨ ਕੰਮ ਕਰਦੇ ਆ ਤਾਂ ਵਰਕਆਊਟ ਹੀ ਹੁੰਦੀ ਆ, ਹੋਰ ਐਕਸਟਰਾ ਅਸੀਂ ਕੀ ਕਰ ਲਈਏ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਕੰਮ ਜਿਹੜੀ ਚੀਜ਼ ਹੈ ਇੱਕ ਡੇਲੀ ਰੂਟੀਨ ਹੈ ਜਿਹੜੀ, ਉਹ ਬਾਡੀ ਉੱਥੇ ਹੀ ਆਪਣੇ ਉਸ ਦਾਇਰੇ ਦੇ ਵਿੱਚ ਹੀ ਲਿਮਿਟਡ ਹੁੰਦੀ ਆ। ਜ਼ਰੂਰੀ ਨਹੀਂ ਹੁੰਦਾ ਕਿ ਮੈਂ ਅਗਰ ਸਿਰਫ ਮਤਲਬ ਚੇਅਰਸ ਹੀ ਇੱਧਰ ਕਰ ਰਿਹਾ ਤਾਂ ਮੇਰਾ ਕੰਮ ਇਹੀ ਹੈ, ਜਾਂ ਮੈਂ ਮਤਲਬ ਕੁਕਿੰਗ ਕਰ ਰਿਹਾ ਤਾਂ ਮੇਰਾ ਉਹ ਇੱਕ ਲਿਮਿਟਡ ਉਹਦੇ ਵਿੱਚ ਯੂਜ਼ੇਜ ਆਉਂਦੀ ਆ ਮਸਲਸ ਦੀ। ਬਟ ਜਦੋਂ ਅਸੀਂ ਵਰਕਆਊਟ ਕਰਦੇ ਹਾਂ ਤਾਂ ਇੰਟਾਇਰ ਬਾਡੀ ਦਾ ਵਰਕਆਊਟ ਹੋਊਗਾ। ਸਾਡਾ ਵੇਟ ਟ੍ਰੇਨਿੰਗ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਆ। ਬਾਕੀ ਕੋਈ ਵੀ ਚੀਜ਼ ਅਗਰ ਕੋਈ ਕੁਐਸਚਨ ਹੁੰਦਾ, ਕੋਈ ਨਿਊਟ੍ਰੀਸ਼ਨ ਦੀ ਕੁਐਸਚਨ ਹੁੰਦਾ ਹੈ ਜਾਂ ਕੋਈ ਚੀਜ਼ ਪੁੱਛਣੀ ਚਾਹੁੰਦਾ ਹੈ, ਕੋਈ ਸਟੱਡੀ ਕਰਨੀ ਚਾਹੁੰਦਾ ਹੈ ਤਾਂ ਦੇ ਆਰ ਆਲਵੇਜ਼ ਵੈਲਕਮ ਟੂ ਆਸਕ ਮੀ। ਫੋਲੋ ਕਰ ਸਕਦੇ ਨੇ ਇੰਸਟਾਗ੍ਰਾਮ ਦੇ ਉੱਤੇ ਗੁਰਦਿੱਤ ਉਟਾਲ। ਸਾਡਾ YouTube ਚੈਨਲ ਆ ਟੀਮ ਫॉर ਯੂ, ਟੀਮ 4 ਇਨ ਨਿਊਮੈਰਿਕਸ ਯੂ, ਟੀਮ ਫॉर ਯੂ ਫੋਲੋ ਕਰ ਸਕਦੇ ਨੇ। ਉਹਦੇ 'ਤੇ ਸਾਰੀਆਂ ਜਿਹੜੀਆਂ ਨੋਸ਼ਨਸ ਨੇ, ਜਿਵੇਂ ਲੋਕ ਯੂਜੂਅਲੀ ਸੋਚਦੇ ਨੇ ਜੀ ਕਿ ਅਸੀਂ ਗਰਮ ਪਾਣੀ ਪੀਵਾਂਗੇ ਤਾਂ ਸਾਡੀ ਬਾਡੀ ਜ਼ਿਆਦਾ ਫੈਟ ਬਰਨ ਕਰੂਗੀ, ਬਟ ਆਈ ਡੋਂਟ ਰეკਮੈਂਡ ਥੀਸ ਥਿੰਗਸ। ਇਹ ਸਾਰੀਆਂ ਨੋਸ਼ਨਸ ਨੇ ਜਿਹੜੀਆਂ ਕਲੀਅਰ ਕੀਤੀਆਂ ਹੋਈਆਂ ਨੇ ਇੰਸਟਾਗ੍ਰਾਮ ਦੇ ਉੱਤੇ, ਤੁਸੀਂ ਕਦੇ ਵੀ ਜਾ ਕੇ ਹਾਈਲਾਈਟਸ ਪੜ੍ਹ ਸਕਦੇ ਹੋ ਇਹ ਸਾਰੀਆਂ ਚੀਜ਼ਾਂ। ਬਾਕੀ ਵਰਕਆਊਟ ਜਿਹੜਾ ਹੈ ਹਰ ਬੰਦੇ ਲਈ ਐਸੈਂਸ਼ੀਅਲ ਆ, ਹਰ ਏਜ ਗਰੁੱਪ ਦੇ ਲਈ ਐਸੈਂਸ਼ੀਅਲ ਆ। ਹਾਈਟ ਨਹੀਂ ਖੜਦੀ, ਬੱਚਿਆਂ ਨੂੰ ਨਾ ਰੋਕੋ, ਬੱਚਿਆਂ ਨੂੰ ਪ੍ਰਿਪੇਅਰ ਹੋਣ ਦਿਓ ਫਿਊਚਰ ਦੇ ਲਈ। ਟ੍ਰੇਨਿੰਗ ਆਪਣੀ ਜਗ੍ਹਾ ਹੈ, ਸਟੱਡੀ ਆਪਣੀ ਜਗ੍ਹਾ ਹੈ। ਸਟੱਡੀ ਦੇ ਵਿੱਚ ਮਾਸਟਰਸ ਕਰਕੇ ਬੰਦਾ ਜ਼ਰੂਰੀ ਨਹੀਂ ਆ ਕਿ ਉਹ ਬੰਦਾ ਬਾਡੀ ਦੇ ਵਿੱਚ ਹੈਲਦੀ ਹੋਊਗਾ। ਤਾਂ ਸਕਿਨ ਦੀ ਕੇਅਰ ਦੇ ਲਈ, ਤੁਹਾਡੀ ਫਿਜ਼ੀਕ ਦੀ ਕੇਅਰ ਦੇ ਲਈ ਯੂ ਹੈਵ ਟੂ ਵਰਕ ਆਊਟ। ਐਂਡ ਆਫ ਦਾ ਡੇ ਆਈਲ ਸੇ ਵਰਕਆਊਟ ਇਜ਼ ਅ ਨੈਸੈਸਿਟੀ, ਤੇ ਫਾਈਂਡ ਅ ਗੁੱਡ ਕੋਚ ਹੂ ਵੁੱਡ ਅੰਡਰਸਟੈਂਡ ਯੂਰ ਬਾਡੀ ਰੈਦਰ ਦੈਨ ਤੁਸੀਂ ਧੱਕੇ ਨਾਲ ਕੋਈ ਵੀ ਬੰਦੇ ਨੂੰ ਤੁਸੀਂ ਚੱਕ ਕੇ ਫੋਲੋ ਕਰਨਾ, ਬਿਕਾਜ਼ ਤੁਹਾਨੂੰ ਨਹੀਂ ਪਤਾ ਕਿ ਕਿਸ ਬੰਦੇ ਦੇ ਵਿੱਚ ਉਨੀ ਕੁ ਕੈਪੇਬਿਲਿਟੀ ਹੈਗੀ ਆ ਕਿ ਉਹ ਤੁਹਾਨੂੰ ਸਹੀ ਗਾਈਡ ਕਰੂਗਾ, ਜਾਂ ਉਹ ਜਿਹੜਾ ਵਰਕਆਊਟ ਤੁਸੀਂ ਨੈੱਟ ਤੋਂ ਚੱਕ ਰਹੇ ਹੋ ਜਾਂ YouTube ਤੋਂ ਚੱਕ ਕੇ ਦੇਖ ਰਹੇ ਹੋ ਉਹ ਤੁਹਾਡੀ ਬਾਡੀ ਦੇ ਲਈ ਐਪਟ ਹੈ ਜਾਂ ਨਹੀਂ ਹੈ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਤੇ ਦੋਸਤੋ ਇਹ ਟੀਮ ਜਿਹੜੀ ਆ, ਕੋਈ ਵੀ ਕੰਮ ਆਪਾਂ ਕਰਦੇ ਆ ਟੀਮ ਵਰਕ ਤੋਂ ਬਿਨਾ ਕੁਝ ਨਹੀਂ ਹੁੰਦਾ।
ਤੇ ਸਲੂਟ ਕਰਦੇ ਹਾਂ ਸਾਡੇ ਕੋਚ ਸਾਹਿਬ ਨੂੰ ਤੇ ਸਾਡੀਆਂ ਦੋਨਾਂ ਬੱਚੀਆਂ ਨੂੰ, ਮੈਂ ਤਾਂ ਕਹਿ ਲੂੰਗੀ ਪੰਜਾਬ ਦੀਆਂ ਧੀਆਂ ਨੂੰ, ਜੋ ਇੰਨਾ ਹੱਲਾਸ਼ੇਰੀ ਕਰਕੇ ਇੰਨੀ ਆਪਣੀ ਸੰਘਰਸ਼ ਕਰਕੇ, ਕਿਉਂਕਿ ਸੰਘਰਸ਼ ਉਹ ਹੁੰਦਾ ਜਦੋਂ ਟ੍ਰੇਨਿੰਗ ਕੀਤੀ ਆ, ਉਹ ਵੀ ਇੱਕ ਇਹਨਾਂ ਦਾ ਸੰਘਰਸ਼ ਸੀਗਾ ਤੇ ਇੱਥੇ ਪਹੁੰਚੀਆਂ ਕਿਸਾਨੀ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ। ਤੇ ਦੋਸਤੋ ਇੱਕ ਵਾਰ ਫਿਰ ਦਿਲ ਤੋਂ ਸਲੂਟ ਕਰਦੇ ਹਾਂ ਆਪਾਂ ਇਹਨਾਂ ਨੂੰ ਤੇ 올 ਦਾ ਬੈਸਟ ਜੀ। ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਤੇ ਦੋਸਤੋ ਇਦਾਂ ਹੀ ਵੱਖਰੇ ਵੱਖਰੇ ਢੰਗਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੀਆਂ ਸ਼ਖਸੀਅਤਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਰਹਾਂਗੇ। ਹੁਣ ਦੇਖਦੇ ਰਹੋ ਇਸ ਪੰਜਾਬ। ਮੈਨੂੰ ਦੇਵੋ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।